Hello and welcome back, guys. Today I am going to deliver my lecture number 3 from chapter number 1 of Plus One Accountancy. And my topic is Advantages and Limitation of Accounting. ਪਿਛਲੇ ਲੈਕਚਰ ਦੇ ਵਿੱਚ ਅਸੀਂ ਬੁੱਕਕੀਪਿੰਗ ਦੇ ਰਿਗਾਰਡਿੰਗ ਜਾਣਿਆ, ਅਸੀਂ ਅਕਾਊਂਟਿੰਗ ਦੇ ਰਿਗਾਰਡਿੰਗ ਜਾਣਿਆ, ਅਕਾਊਂਟਿੰਗ ਕੀ ਹੁੰਦੀ ਹੈ ਔਰ ਅਕਾਊਂਟਿੰਗ ਦੇ ਆਬਜੈਕਟਸ ਕੀ ਹੁੰਦੇ ਆ, ਅਕਾਊਂਟਿੰਗ ਦੇ ਫੀਚਰ, ਇਸ ਦਾ ਪ੍ਰੋਸੈਸ ਕੀ ਹੁੰਦਾ ਹੈ। ਅੱਜ ਅਸੀਂ ਜਾਣਨਾ ਹੈ ਕਿ ਅਕਾਊਂਟਿੰਗ ਜਿਹੜੀ ਹੈ ਇਸ ਦੀ ਐਡਵਾਂਟੇਜਸ ਔਰ ਇਸ ਦੀਆਂ ਲਿਮਿਟੇਸ਼ਨਸ ਕੀ ਹੁੰਦੀਆਂ। ਦੇਖੋ, ਪਿਛਲੇ ਲੈਕਚਰ ਦੇ ਵਿੱਚ ਜਦੋਂ ਅਸੀਂ ਆਬਜੈਕਟਿਵ ਡਿਸਕਸ ਕੀਤੇ ਸੀ, ਉੱਥੇ ਇੱਕ ਗੱਲ ਮੈਂ ਬੋਲੀ ਸੀ ਕਿ ਆਬਜੈਕਟਿਵਸ ਨੂੰ ਅਸੀਂ ਬੜੇ ਈਜ਼ੀਲੀ ਐਡਵਾਂਟੇਜਸ ਦੇ ਵਿੱਚ ਜਿਹੜਾ ਹੈ ਕਨਵਰਟ ਕਰ ਸਕਦੇ ਹਾਂ। ਉੱਥੇ ਅਸੀਂ ਇੱਕ ਵਰਡ ਲਗਾਉਂਦੇ ਹਾਂ ਹਰੇਕ ਪੁਆਇੰਟ ਦੇ ਅੱਗੇ ਟੂ, ਤਾਂ ਉਸ ਨੂੰ ਅਗਰ ਅਸੀਂ ਹਟਾ ਦਈਏ ਤਾਂ ਉਹ ਸਾਡੀ ਐਡਵਾਂਟੇਜ ਹੀ ਬਣ ਜਾਂਦੀ ਹੈ। ਸੋ ਇਹਨਾਂ ਨੂੰ ਅਲੱਗ-ਅਲੱਗ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ। ਫਿਰ ਵੀ ਅਸੀਂ ਇੱਕ ਸਿਲੇਬਸ ਦੇ ਅਕੋਰਡਿੰਗ ਇਹ ਟੌਪਿਕ ਮੈਂ ਤੁਹਾਡੇ ਲਈ ਤਿਆਰ ਕੀਤਾ ਕਿ ਐਡਵਾਂਟੇਜਸ ਅਤੇ ਲਿਮਿਟੇਸ਼ਨਸ ਦੋਨੋਂ ਜਿਹੜੀਆਂ ਇੱਕ ਜਗ੍ਹਾ ਦੇ ਉੱਪਰ ਅਸੀਂ ਡਿਸਕਸ ਕਰੀਏ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਆਪਾਂ ਆਪਣਾ ਟੌਪਿਕ ਅੱਜ ਦਾ। ਐਡਵਾਂਟੇਜਸ ਆਫ ਅਕਾਊਂਟਿੰਗ ਕੀ ਹੁੰਦੀ ਹੈ। ਅਕਾਊਂਟਿੰਗ ਦਾ ਮੀਨਿੰਗ ਇਸ ਤੋਂ ਪਹਿਲਾਂ ਸੀ ਕਿ ਦੇਖਿਆ ਸੀ, ਅਕਾਊਂਟਿੰਗ ਇੱਕ ਆਰਟ ਹੈ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ, ਕਲਾਸੀਫਾਈ ਕਰਨਾ ਔਰ ਉਸ ਦੇ ਵਿੱਚੋਂ ਰਿਜ਼ਲਟਸ ਨੂੰ ਫਾਈਂਡ ਆਊਟ ਕਰਨਾ। ਜਿਹੜੇ ਰਿਜ਼ਲਟਸ ਅਸੀਂ ਦੋ ਪਾਰਟ ਦੇ ਵਿੱਚ ਡਿਸਕਸ ਕੀਤੇ ਸੀ, ਇੱਕ ਫਾਈਨੈਂਸ਼ੀਅਲ ਰਿਜ਼ਲਟ, ਇੱਕ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਫਾਈਂਡ ਆਊਟ ਕਰਨ ਦੀ। ਔਰ ਜਦੋਂ ਅਸੀਂ ਉਸ ਨੂੰ ਫਾਈਂਡ ਆਊਟ ਕੀਤਾ, ਫਿਰ ਉਸ ਤੋਂ ਨੈਕਸਟ ਪ੍ਰੋਸੈਸ ਸਾਡਾ ਜਿਹੜਾ ਕਿ ਮੇਨ ਅਕਾਊਂਟਿੰਗ ਦਾ ਪ੍ਰੋਸੈਸ ਹੈ, ਉਸ ਨੂੰ ਐਨਾਲਾਈਜ਼ ਕਰਨਾ, ਇੰਟਰਪ੍ਰੈਟ ਕਰਨਾ ਅਤੇ ਯੂਜ਼ਰਸ ਦੇ ਨਾਲੋਂ ਇਨਫੋਰਮੇਸ਼ਨ ਜਿਹੜੀ ਹੈ ਅਸੀਂ ਸ਼ੇਅਰ ਕਰਨੀ। ਇਹ ਸਾਡਾ ਅਕਾਊਂਟਿੰਗ ਦਾ ਪ੍ਰੋਸੈਸ ਵੀ ਸੀ ਔਰ ਇਹੀ ਸਾਡੇ ਅਕਾਊਂਟਿੰਗ ਦਾ ਮੀਨਿੰਗ ਸੀ ਔਰ ਉਹਦੇ ਆਬਜੈਕਟ ਅਸੀਂ ਦੇਖੇ ਸੀ। ਅੱਜ ਅਸੀਂ ਉਹਦੀਆਂ ਐਡਵਾਂਟੇਜ ਦੇਖਦੇ ਹਾਂ। ਫਸਟ ਐਡਵਾਂਟੇਜ ਲਿਖੀ ਹੈ ਜੀ, ਅਸਰਟੇਨਮੈਂਟ ਆਫ ਫਾਈਨੈਂਸ਼ੀਅਲ ਰਿਜ਼ਲਟ ਐਂਡ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ। ਦੇਖੋ, ਜਿਸ ਮੇਨ ਪਰਪਸ ਦੇ ਲਈ ਅਸੀਂ ਇਸ ਨੂੰ ਸ਼ੁਰੂ ਕੀਤਾ ਕਿ ਬੁੱਕਕੀਪਿੰਗ ਦਾ ਇੱਕ ਪ੍ਰੋਸੈਸ ਸੀ ਕਿ ਬੁੱਕਕੀਪਿੰਗ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੀ ਹੈ। ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਵੀ ਇੱਕ ਸਮਝਾਇਆ ਸੀ ਕਿ ਅਗਰ ਅਸੀਂ ਓਵਰਆਲ ਪ੍ਰੋਸੈਸ ਦੀ ਗੱਲ ਕਰੀਏ ਤਾਂ ਇੱਕ ਫਾਈਨੈਂਸ਼ੀਅਲ ਅਕਾਊਂਟਿੰਗ ਹੀ ਹੈ ਜੋ ਕਿ ਇਹ ਸਾਰੇ ਦਾ ਸਾਰਾ ਪ੍ਰੋਸੈਸ ਜਿਹੜਾ ਹੈ ਪਰਫੋਰਮ ਕਰਦੀ ਹੈ ਕਿ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਵੀ ਕਰਦੀ ਹੈ, ਟ੍ਰਾਂਜੈਕਸ਼ਨਸ ਨੂੰ ਕਲਾਸੀਫਾਈ ਕਰਦੀ ਹੈ, ਫਿਰ ਉਸ ਦੇ ਵਿੱਚੋਂ ਰਿਜ਼ਲਟ ਫਾਈਂਡ ਆਊਟ ਕਰਦੀ ਹੈ। ਲੇਕਿਨ ਕੀ ਹੈ ਕਿ ਸਾਰੇ ਦਾ ਸਾਰਾ ਪ੍ਰੋਸੈਸ ਇੰਨਾ ਕੁ ਲੈਂਥੀ ਹੈ। ਕੁਛ ਪ੍ਰੋਸੈਸ ਥਰੂ ਆਊਟ ਦਾ ਈਅਰ ਚੱਲਦਾ, ਕੁਛ ਪ੍ਰੋਸੈਸ ਜਿਹੜਾ ਹੈ ਸਾਲ ਦੇ ਐਂਡ 'ਤੇ ਫੋਲੋ ਕੀਤਾ ਜਾਂਦਾ ਹੈ। ਇਸ ਕਰਕੇ ਉਸ ਪੂਰੇ ਦੇ ਪੂਰੇ ਪ੍ਰੋਸੈਸ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ। ਫਸਟ ਪਾਰਟ ਬੁੱਕਕੀਪਿੰਗ ਕਹਿਲਾਇਆ ਔਰ ਸੈਕਿੰਡ ਪਾਰਟ ਜਿਹੜਾ ਹੈ ਅਕਾਊਂਟਿੰਗ ਕਹਿਲਾਇਆ। ਕਿਉਂਕਿ ਫਸਟ ਪਾਰਟ ਥਰੂ ਆਊਟ ਦਾ ਈਅਰ ਚੱਲੂਗਾ, ਜਦੋਂ ਅਸੀਂ ਉੱਥੋਂ ਅਕਾਊਂਟਿੰਗ 'ਚ ਐਂਟਰ ਹੋਣਾ ਉਸ ਤੋਂ ਪਹਿਲਾਂ ਅਸੀਂ ਇਹ ਚੀਜ਼ ਇਨਸ਼ੋਰ ਕਰ ਲੈਣੀ ਹੈ ਕਿ ਜੋ ਬੁੱਕਕੀਪਿੰਗ ਅਸੀਂ ਪਰਫੋਰਮ ਕੀਤੀ, ਜੋ ਅਸੀਂ ਡਾਟਾ ਉਸ ਦੇ ਅੰਦਰ ਰਿਕਾਰਡ ਕੀਤਾ, ਕਿਆ ਉਹ ਸਾਰਾ ਡਾਟਾ ਸਹੀ ਹੈ, ਕਿਆ ਸਾਡਾ ਰਿਕਾਰਡ ਜੋ ਕਿ ਪ੍ਰਿਪੇਅਰ ਹੋ ਗਿਆ, ਕਿਆ ਉਸ ਰਿਕਾਰਡ ਨੂੰ ਅਸੀਂ ਸਹੀ ਤਰੀਕੇ ਨਾਲ ਪ੍ਰਿਪੇਅਰ ਕੀਤਾ। ਜਸਟ ਉਸ ਦੀ ਅਸੀਂ ਇੱਕ ਐਕੂਰੇਸੀ ਚੈੱਕ ਕਰਨੀ ਹੈ, ਜਿਸ ਐਕੂਰੇਸੀ ਨੂੰ ਅਸੀਂ ਥਰੂ ਟਰਾਇਲ ਬੈਲੈਂਸ ਚੈੱਕ ਕਰ ਸਕਦੇ ਹਾਂ ਕਿ ਉਹਦੀਆਂ ਦੋ ਸਾਈਡਾਂ ਜਦੋਂ ਆਪਸ 'ਚ ਮੈਚ ਕਰ ਜਾਂਦੀਆਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਰਥਮੈਟਿਕਲੀ ਬੁੱਕਕੀਪਿੰਗ ਦਾ ਪ੍ਰੋਸੈਸ ਸਹੀ ਹੈ। ਉਸ ਤੋਂ ਅੱਗੇ ਅਸੀਂ ਅਕਾਊਂਟਿੰਗ ਪਰਫੋਰਮ ਕੀਤੀ। ਅਕਾਊਂਟਿੰਗ ਕਾਹਦੇ ਵਾਸਤੇ ਪਰਫੋਰਮ ਕੀਤੀ, ਉੱਥੋਂ ਸਾਡਾ ਫਸਟ ਪੁਆਇੰਟ ਸਟਾਰਟ ਹੋਇਆ। ਅਸਰਟੇਨਮੈਂਟ ਅਸੀਂ ਕਿਸ ਚੀਜ਼ ਦੀ ਕਰ ਰਹੇ ਹਾਂ ਜੀ, ਫਾਈਨੈਂਸ਼ੀਅਲ ਰਿਜ਼ਲਟ ਐਂਡ ਫਾਈਨੈਂਸ਼ੀਅਲ ਪੋਜੀਸ਼ਨ। ਇਹੀ ਸਾਡੀ ਅਕਾਊਂਟਿੰਗ ਨੂੰ ਪਰਫੋਰਮ ਕਰਨ ਦਾ ਜੋ ਮੇਨ ਮਕਸਦ ਸੀ ਕਿ ਅਸੀਂ ਉਹਦੇ ਰਿਜ਼ਲਟ ਫਾਈਂਡ ਆਊਟ ਕਰ ਸਕੀਏ। ਰਿਜ਼ਲਟ ਅਸੀਂ ਪਹਿਲਾਂ ਡਿਸਕਸ ਕੀਤੇ ਕਿ ਫਾਈਨੈਂਸ਼ੀਅਲ ਰਿਜ਼ਲਟਸ ਮੀਨ ਉਹਦੇ ਪ੍ਰੋਫਿਟ ਲਾਸ ਹੁੰਦੇ ਆ ਔਰ ਪੋਜੀਸ਼ਨ ਦਾ ਅਸੀਂ ਅਗਰ ਮਤਲਬ ਦੇਖੀਏ ਤਾਂ ਇੱਥੇ ਸਾਡੀ ਪੋਜੀਸ਼ਨ ਆ ਜਾਂਦੀ ਹੈ ਬਿਜ਼ਨਸ ਦੀਆਂ ਐਸੈਟਸ ਅਤੇ ਬਿਜ਼ਨਸ ਦੀਆਂ ਲਾਇਬਿਲਿਟੀਜ਼ ਦੀ। ਉਹਦੇ ਵਿਚਕਾਰ ਬੈਲੈਂਸ ਦੀ ਪੋਜੀਸ਼ਨ ਆ ਜਾਂਦੀ ਹੈ ਕਿ ਬਿਜ਼ਨਸ ਨੇ ਜਿੰਨਾ ਆਊਟਸਾਈਡ ਦਾ ਬਿਜ਼ਨਸ ਔਰ ਇਨਸਾਈਡ ਦਾ ਬਿਜ਼ਨਸ ਜੋ ਉਹਦੀਆਂ ਓਬਲੀਗੇਸ਼ਨਸ ਨੇ, ਕਿਆ ਸਾਡੀਆਂ ਐਸੈਟਸ ਉਹਦੇ ਬਰਾਬਰ ਹੈਗੀਆਂ। ਐਸੈਟਸ ਦੇ ਉੱਪਰ ਜੋ ਚਾਰਜ ਹੈ ਕਿਆ ਉਹ ਦੋਨੋਂ ਆਪਸ ਦੇ ਵਿੱਚ ਮੈਚ ਕਰਦੇ ਆ। ਸਾਡੇ ਕੋਲ ਇੰਨਾ ਸਫੀਸ਼ੀਐਂਟ ਬੈਲੈਂਸ ਔਰ ਸਾਡੇ ਕੋਲ ਸਫੀਸ਼ੀਐਂਟ ਫੰਡਸ ਹੈਗੇ ਆ ਕਿ ਅਸੀਂ ਕੱਲ੍ਹ ਨੂੰ ਉਹ ਲਾਇਬਿਲਿਟੀਜ਼ ਨੂੰ ਪੇ ਆਊਟ ਕਰ ਸਕਾਂਗੇ। ਕਿਆ ਸਾਡੀ ਸਾਊਂਡਨੈਸ, ਫਾਈਨੈਂਸ਼ੀਅਲ ਸਾਊਂਡਨੈਸ ਜਿਸ ਨੂੰ ਅਸੀਂ ਕਹਿੰਦੇ ਹਾਂ, ਕਿਆ ਉਹ ਠੀਕ ਹੈ। ਸਾਡੀ ਸੋਲਵੈਂਸੀ ਪੋਜੀਸ਼ਨ ਜਿਹੜੀ ਹੈ ਕਿਆ ਉਹ ਸਹੀ ਹੈ। ਸੋ ਇਸ ਨੂੰ ਚੈੱਕ ਕਰਦੇ ਹਾਂ ਅਸੀਂ ਬਾਏ ਪ੍ਰੈਪਰੇਸ਼ਨ ਆਫ ਬੈਲੈਂਸ ਸ਼ੀਟ। ਇਹਨੂੰ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਪਿਛਲੇ ਲੈਕਚਰ ਦੇ ਅੰਦਰ। ਨੈਕਸਟ ਪੁਆਇੰਟ ਹੈ ਸਾਡਾ ਰਿਪਲੇਸਮੈਂਟ ਆਫ ਹਿਊਮਨ ਮੈਮਰੀ। ਦੇਖੋ, ਇਹ ਵੀ ਅਸੀਂ ਡਿਸਕਸ ਕਰ ਲਿਆ ਕਿਉਂਕਿ ਇਹ ਵੀ ਉੱਥੇ ਸਾਡੇ ਪ੍ਰੋਸੈਸ ਦੇ ਵਿੱਚ ਆਇਆ ਸੀ ਔਰ ਸਾਡੀ ਡੈਫੀਨੇਸ਼ਨ ਦੇ ਅੰਦਰ ਆਇਆ ਸੀ ਕਿ ਟ੍ਰਾਂਜੈਕਸ਼ਨਸ ਨੂੰ ਅਸੀਂ ਰਿਕਾਰਡ ਕਰਦੇ ਹਾਂ ਸਿਸਟਮੈਟਿਕ ਤਰੀਕੇ ਨਾਲ।
ਔਰ ਜਦੋਂ ਅਸੀਂ ਰਿਜ਼ਲਟ ਨੂੰ ਵੀ ਬਣਾ ਕੇ ਰੱਖ ਲੈਂਦੇ ਹਾਂ ਤਾਂ ਉਹ ਵੀ ਇੱਕ ਰਿਕਾਰਡਿੰਗ ਪ੍ਰੋਸੈਸ ਹੈ ਕਿ ਰਿਜ਼ਲਟ ਫਾਈਂਡ ਆਊਟ ਹੋ ਗਏ, ਸਾਡੀਆਂ ਬੁੱਕਸ ਬਣ ਕੇ ਕੰਪਲੀਟ ਹੋ ਗਈਆਂ। ਹੁਣ ਇਹ ਰਿਕਾਰਡ ਸਾਡੇ ਕੋਲ ਥਰੂ ਆਊਟ ਦਾ ਈਅਰ ਕਈ ਸਾਲਾਂ ਤੱਕ ਸਾਡੇ ਕੋਲ ਪਿਆ ਰਹੂਗਾ, ਰਿਟੇਨ ਰਹੂਗਾ। ਇਟ ਮੀਨਸ ਕਿ ਹਿਊਮਨ ਮੈਮਰੀ ਦੀ ਇੱਥੇ ਜੋ ਵੀਕਨੈਸ ਸੀ ਕਿ ਅਸੀਂ ਰਿਕਾਰਡ ਨੂੰ ਜ਼ਿਆਦਾ ਟਾਈਮ ਜਿਹੜਾ ਹੈ ਯਾਦ ਨਹੀਂ ਕਰਕੇ ਰੱਖ ਸਕਦੇ, ਟ੍ਰਾਂਜੈਕਸ਼ਨਸ ਨੂੰ ਯਾਦ ਨਹੀਂ ਕਰਕੇ ਰੱਖ ਸਕਦੇ। ਸੋ ਉਸ ਨੂੰ ਰਿਪਲੇਸ ਕੀਤਾ ਇੱਕ ਸਿਸਟਮ ਨੇ ਜਿਸ ਨੂੰ ਅਸੀਂ ਅਕਾਊਂਟੈਂਸੀ ਕਿਹਾ। ਸੋ ਅਕਾਊਂਟਿੰਗ ਕੀ ਕਰਦੀ ਹੈ, ਸਾਡੀ ਉਸ ਮੈਮਰੀ ਨੂੰ ਰਿਪਲੇਸ ਕਰ ਦਿੰਦੀ ਹੈ ਜਿਹੜੀ ਕਿ ਮੈਮਰੀ ਵੀਕ ਹੈ, ਜਿਹੜੀ ਕਿ ਜ਼ਿਆਦਾ ਟਾਈਮ ਅਸੀਂ ਯਾਦ ਨਹੀਂ ਰੱਖ ਸਕਦੇ ਸੀ ਟ੍ਰਾਂਜੈਕਸ਼ਨ। ਥਰਡ ਪੁਆਇੰਟ ਹੈ ਫੈਸਿਲਿਟੇਟ ਟੈਕਸ ਅਸੈਸਮੈਂਟ। ਦੇਖੋ ਬਿਜ਼ਨਸ ਦੇ ਉੱਪਰ ਟੈਕਸ ਕਿਸ ਚੀਜ਼ ਦੇ ਉੱਪਰ ਲੱਗਦਾ ਹੈ। ਅਗਰ ਅਸੀਂ ਕਹੀਏ ਇੱਕ ਟੈਕਸ ਹੈ ਜੋ ਬਿਜ਼ਨਸ ਨੇ ਆਪਣੇ ਪ੍ਰੋਫਿਟ ਦੇ ਉੱਪਰ ਦੇਣਾ, ਇੱਕ ਟੈਕਸ ਹੈ ਜੋ ਉਸਨੇ ਆਪਣੀ ਸੇਲ ਦੇ ਉੱਪਰ ਦੇਣਾ, ਇੱਕ ਟੈਕਸ ਹੈ ਜੋ ਉਸਨੇ ਆਪਣੇ ਪ੍ਰੋਡਕਸ਼ਨ ਦੇ ਉੱਪਰ ਵੀ ਦੇਣਾ। ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਕਨਵਰਟ ਹੋ ਗਈਆਂ, GST ਆ ਗਿਆ, ਪਹਿਲਾਂ ਵੈਟ ਲੱਗਦਾ ਸੀ, ਐਕਸਾਈਜ਼ ਟੈਕਸ ਲੱਗਦੇ ਸੀ, ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ GST ਦੇ ਵਿੱਚ ਕਰ ਦਿੱਤੀਆਂ। ਹੁਣ GST ਵੀ ਅਗਰ ਲੱਗੂਗਾ, ਵੈਟ ਅਗਰ ਲੱਗੂਗਾ, ਸਰਵਿਸ ਟੈਕਸ ਵਗੈਰਾ ਲੱਗਣਗੇ ਤਾਂ ਇਹ ਸਾਰਾ ਕੁਝ ਜਿਹੜਾ ਹੈ ਇਸ ਨੂੰ ਪਰਫਾਰਮ ਕਰਨ ਦੇ ਲਈ, ਟੈਕਸ ਲਾਇਬਿਲਿਟੀ ਨੂੰ ਫਾਈਂਡ ਆਊਟ ਕਰਨ ਦੇ ਲਈ ਸਾਨੂੰ ਰਿਕਾਰਡਸ ਪ੍ਰਿਪੇਅਰ ਕਰਨੇ ਪੈਣਗੇ। ਉਹ ਰਿਕਾਰਡ ਸਾਨੂੰ ਕੌਣ ਦੇਊਗਾ? ਇੱਕ ਸਿਸਟਮ ਉਹ ਰਿਕਾਰਡ ਸਾਨੂੰ ਪ੍ਰੋਵਾਈਡ ਕਰੂਗਾ, ਸਾਨੂੰ ਸਪਲਾਈ ਕਰੂਗਾ। ਉਸ ਸਿਸਟਮ ਨੂੰ ਅਸੀਂ ਅਕਾਊਂਟਿੰਗ ਕਹਿੰਦੇ ਹਾਂ। ਸੋ ਅਗਰ ਅਸੀਂ ਟੈਕਸ ਫਾਈਂਡ ਆਊਟ ਕਰਨਾ ਹੈ, ਸਾਨੂੰ ਪ੍ਰੋਫਿਟ ਫਾਈਂਡ ਆਊਟ ਕਰਨਾ ਪਊਗਾ, ਅਤੇ ਪ੍ਰੋਫਿਟ ਫਾਈਂਡ ਕੌਣ ਕਰੂਗਾ? ਉਹ ਸਾਨੂੰ ਅਕਾਊਂਟਿੰਗ ਫਾਈਂਡ ਆਊਟ ਕਰਕੇ ਦੇਊਗੀ। ਸੋ ਇਹਦੇ ਲਈ ਕੀ ਲਿਖਿਆ, ਇਟ ਹੈਲਪਸ ਟੂ ਸੈਟਲ ਦਾ ਵੇਰੀਅਸ ਟੈਕਸ ਲਾਇਬਿਲਿਟੀਜ਼ ਆਫ ਦਾ ਬਿਜ਼ਨਸ ਲਾਈਕ sale tax, like VAT, GST, etc. Accounting help to file returns time to time। ਦੇਖੋ ਜਦੋਂ ਰਿਟਰਨਸ ਫਾਈਲ ਕਰਨੀਆਂ ਹੁੰਦੀਆਂ, ਜੋ ਰਿਟਰਨ ਜਮ੍ਹਾਂ ਕਰਨੀ ਹੈ, ਭਰਨੀ ਹੈ, ਉਹਦੇ ਲਈ ਅਕਾਊਂਟਿੰਗ ਸਾਡੀ ਹੈਲਪ ਕਰਦੀ ਹੈ ਕਿ ਟਾਈਮ ਟੂ ਟਾਈਮ ਜਿਹੜੀਆਂ ਰਿਟਰਨਸ ਨੇ ਉਹ ਫਾਈਲ ਕੀਤੀਆਂ ਜਾਂਦੀਆਂ, ਟਾਈਮ ਟੂ ਟਾਈਮ ਜਿਹੜਾ ਹੈ ਡਾਟਾ ਪ੍ਰੋਵਾਈਡ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਟੈਕਸ ਅਸੈਸ ਕਰ ਸਕੀਏ, ਟੈਕਸ ਨੂੰ ਫਾਈਂਡ ਆਊਟ ਕਰ ਸਕੀਏ ਅਤੇ ਉਹ ਟੈਕਸ ਅਸੀਂ ਜਮ੍ਹਾਂ ਕਰ ਸਕੀਏ, ਸੋ ਦੈਟ ਕਿ ਕੱਲ੍ਹ ਸਾਡੇ ਉੱਪਰ ਪੈਨਲਟੀ ਜਿਹੜੀ ਹੈ ਉਹ ਡਿਪਾਰਟਮੈਂਟ ਨਾ ਪਾਏ। ਨੈਕਸਟ ਪੁਆਇੰਟ ਹੈ ਸਾਡਾ ਟੂ ਪ੍ਰੀਵੈਂਟ ਫਰੋਡ। ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਇਸ ਪੁਆਇੰਟ ਨੂੰ ਕਿ ਪ੍ਰੀਵੈਂਟ ਫਰੋਡ ਦਾ ਕੀ ਮਤਲਬ ਹੁੰਦਾ ਹੈ, ਫਰੋਡ ਹੁੰਦਾ ਕਿਵੇਂ ਹੈ। ਦੇਖੋ ਫਰੋਡ ਕਰਨ ਦੇ ਲਈ ਸਾਨੂੰ ਕੀ ਕਰਨਾ ਪਊਗਾ, ਜਾਲੀ ਐਂਟਰੀਜ਼ ਜਿਹੜੀਆਂ ਨੇ ਬਿਜ਼ਨਸ 'ਚ ਪਾਉਣੇ ਪੈਣਗੇ। ਜਾਲੀ ਖਰਚੇ ਦਿਖਾਉਂਦਾ ਹੈ ਜਿਹੜਾ ਸਾਡਾ ਅਕਾਊਂਟੈਂਟ ਹੈ। ਸਪੋਜ਼ ਕਰੋ ਉਸਨੇ ਇੱਕ 500 ਰੁਪਏ ਦਾ ਖਰਚਾ ਦਿਖਾਤਾ, 500 ਰੁਪਏ ਦੀ ਟ੍ਰਾਂਜੈਕਸ਼ਨ ਪਾ ਦਿੱਤੀ ਔਰ ਉਹ 500 ਰੁਪਏ ਅਲਟੀਮੇਟ ਉਸਨੇ ਆਪਣੀ ਜੇਬ 'ਚ ਪਾ ਲਿਆ ਕਿਉਂਕਿ ਐਕਚੁਅਲ ਦੇ ਵਿੱਚ ਉਹ ਖਰਚਾ ਹੋਇਆ ਹੀ ਨਹੀਂ ਸੀ। ਸੋ ਬੜਾ ਈਜ਼ੀ ਹੋ ਗਿਆ ਕਿ ਅਸੀਂ ਈਜ਼ੀਲੀ ਫਰੋਡ ਕਰ ਸਕਦੇ ਹਾਂ ਔਰ ਪੈਸੇ ਆਪਣੀ ਜੇਬ 'ਚ ਪਾ ਸਕਦੇ ਹਾਂ। ਲੇਕਿਨ ਅਕਾਊਂਟਿੰਗ ਨੇ ਇੱਕ ਰੂਲ ਬਣਾਇਆ ਕਿ ਜਦੋਂ ਵੀ ਤੁਸੀਂ ਟ੍ਰਾਂਜੈਕਸ਼ਨ ਰਿਕਾਰਡ ਕਰਨੀ ਹੈ, ਯੂ ਹੈਵ ਟੂ ਫਾਈਲ, ਤੁਹਾਨੂੰ ਕੀ ਫਾਈਲ ਕਰਨਾ ਪਊਗਾ? ਉਹਦੇ ਨਾਲ ਇੱਕ ਡਾਕੂਮੈਂਟਰੀ ਐਵੀਡੈਂਸ ਫਾਈਲ ਕਰਨਾ ਪਊਗਾ। ਉਹ ਡਾਕੂਮੈਂਟਰੀ ਐਵੀਡੈਂਸ ਕੀ ਆ? ਉਹ ਸਬੂਤ ਹੈ, ਪ੍ਰੂਫ ਹੈ, ਅਕਰੈਂਸ ਆਫ ਟ੍ਰਾਂਜੈਕਸ਼ਨ ਕਿ ਟ੍ਰਾਂਜੈਕਸ਼ਨ ਹੋਈ ਹੈ, ਉਸ ਦਾ ਪ੍ਰੂਫ ਹੈ। ਉਹ ਸਾਨੂੰ ਜਮ੍ਹਾਂ ਕਰਨਾ ਪਏਗਾ। ਜੇ ਅਸੀਂ ਉਸ ਨੂੰ ਟ੍ਰਾਂਜੈਕਸ਼ਨ ਨਾਲ ਅਟੈਚ ਨਹੀਂ ਕਰਦੇ ਤਾਂ ਉਸ ਟ੍ਰਾਂਜੈਕਸ਼ਨ ਨੂੰ ਅਸੀਂ ਆਪਣੀ ਬੁੱਕਸ ਦਾ ਪਾਰਟ ਨਹੀਂ ਬਣਾ ਸਕਦੇ, ਮੀਨਸ ਕਿ ਅਸੀਂ ਉਸ ਨੂੰ ਰਿਕਾਰਡ ਹੀ ਨਹੀਂ ਕਰ ਸਕਦੇ। ਔਰ ਜਦੋਂ ਇਹ ਰੂਲ ਐਪਲੀਕੇਬਲ ਹੋ ਗਿਆ ਕਿ ਵਿਦਆਊਟ ਡਾਕੂਮੈਂਟਰੀ ਐਵੀਡੈਂਸ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਰਿਕਾਰਡ ਨਹੀਂ ਹੋਊਗੀ, ਸੋ ਇਟ ਮੀਨਸ ਅਸੀਂ ਕੀ ਕਰ ਲਿਆ, ਅਸੀਂ ਫਰੋਡ ਨੂੰ ਪ੍ਰੀਵੈਂਟ ਕਰ ਲਿਆ, ਉਸ ਦੀ ਰੋਕਥਾਮ ਕਰ ਲਈ ਅਸੀਂ। ਸੋ ਈਜ਼ੀ ਹੋ ਗਿਆ ਕਿ ਅਕਾਊਂਟਿੰਗ ਬੁੱਕ ਕੀਪਿੰਗ ਦੀ ਹੈਲਪ ਦੇ ਨਾਲ ਇਹ ਦੇਖੋ ਦੋਨਾਂ ਦੇ ਬੈਨੀਫਿਟ ਨਾਲ ਨਾਲ ਚੱਲਣਗੇ। ਲੇਕਿਨ ਜਿੱਥੇ ਇਹ ਚੀਜ਼ ਕੁਝ ਫਾਈਂਡ ਕਰਦੀ ਹੈ, ਬੁੱਕ ਕੀਪਿੰਗ ਫਾਈਂਡ ਨਹੀਂ ਕਰਦੀ, ਉਹ ਸਿਰਫ ਹੈਲਪ ਕਰਦੀ ਹੈ ਉਸ ਨੂੰ ਫਾਈਂਡ ਆਊਟ ਕਰਨ ਦੇ ਲਈ। ਪੁਆਇੰਟ ਸਿਮਿਲਰ ਹੈ, ਉੱਥੇ ਹੈਲਪ ਲੱਗ ਜਾਣਾ, ਇੱਥੇ ਐਗਜ਼ੈਕਟ ਫਾਈਂਡ ਕਰੂਗੀ ਇਹ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਸਾਡਾ ਬਿਜ਼ਨਸ ਵੈਲਿਊਏਸ਼ਨ। ਦੇਖੋ ਬਿਜ਼ਨਸ ਦੀ ਵੈਲਿਊਏਸ਼ਨ ਦੀ ਜ਼ਰੂਰਤ ਕਿਉਂ ਪੈਂਦੀ ਹੈ? ਜਦੋਂ ਅਸੀਂ ਆਪਣਾ ਬਿਜ਼ਨਸ ਕਿਸੇ ਨੂੰ ਵੇਚਣਾ ਹੋਵੇ ਜਾਂ ਅਸੀਂ ਆਪਣਾ ਬਿਜ਼ਨਸ ਔਰ ਦੂਸਰੇ ਬੰਦੇ ਨਾਲ ਮਿਲ ਕੇ ਅਸੀਂ ਇੱਕ ਕੰਮ ਕਰਨਾ ਹੋਵੇ ਤਾਂ ਉੱਥੇ ਅਸੀਂ ਕੀ ਦੇਖਦੇ ਹਾਂ ਕਿ ਐਗਜ਼ੈਕਟ ਇਨਵੈਸਟਮੈਂਟ ਕਿਹਦੀ ਜ਼ਿਆਦਾ ਲੱਗੀ ਹੋਈ ਹੈ। ਮੇਰਾ ਬਿਜ਼ਨਸ ਬਹੁਤ ਵੱਡਾ ਹੈ, ਮੇਰੀ ਇਨਵੈਸਟਮੈਂਟ ਜ਼ਿਆਦਾ ਲੱਗੀ ਹੈ। ਉਹਦਾ ਬਿਜ਼ਨਸ ਜ਼ਿਆਦਾ ਵੱਡਾ ਹੈ ਤਾਂ ਇਟ ਮੀਨਸ ਉਹਦੀ ਇਨਵੈਸਟਮੈਂਟ ਜ਼ਿਆਦਾ ਲੱਗੀ ਹੋਈ ਹੈ। ਜਦੋਂ ਦੋ ਸਿਮਿਲਰ ਫਰਮਸ ਆਪਸ 'ਚ ਇਕੱਠੀਆਂ ਹੋ ਕੇ ਕਾਮਨ ਟਾਰਗੇਟ ਲਈ ਵਰਕ ਕਰਦੀਆਂ ਨੇ, ਉਸ ਪ੍ਰੋਸੈਸ ਨੂੰ ਅਸੀਂ ਅਮੈਲਗਾਮੇਸ਼ਨ ਕਹਿ ਦਿੰਦੇ ਹਾਂ। ਸੋ ਅਮੈਲਗਾਮੇਸ਼ਨ ਦੇ ਟਾਈਮ 'ਤੇ ਜਾਂ ਬਿਜ਼ਨਸ ਨੂੰ ਸੋਲਡ ਆਊਟ ਕਰਨ ਦੇ ਟਾਈਮ ਦੇ ਉੱਪਰ ਅਸੀਂ ਆਪਣੇ ਬਿਜ਼ਨਸ ਦੀ ਵੈਲਿਊਏਸ਼ਨ ਕਰਦੇ ਹਾਂ, ਅਸੀਂ ਐਸੈਟਸ ਅਤੇ ਲਾਇਬਿਲਿਟੀਜ਼ ਨੂੰ ਵੈਲਿਊਡ ਕਰਦੇ ਹਾਂ। ਤਾਂ ਉਹਦੇ ਲਈ ਅਸੀਂ ਕੀ ਤਿਆਰ ਕਰਦੇ ਹਾਂ ਇੱਥੇ,
ਬਾਏ ਕੀਪਿੰਗ ਦਾ ਕੰਪਲੀਟ ਰਿਕਾਰਡ ਰਿਗਾਰਡਿੰਗ ਐਸੈਟਸ ਐਂਡ ਲਾਇਬਿਲਿਟੀਜ਼। ਕੰਪਲੀਟ ਰਿਕਾਰਡ ਕਿੱਥੇ ਮਿਲੂਗਾ ਸਾਨੂੰ? ਸਾਡੀ ਬੈਲੈਂਸ ਸ਼ੀਟ ਪ੍ਰੋਵਾਈਡ ਕਰੂਗੀ, ਜਿਹਦੇ ਵਿੱਚ ਅਸੀਂ ਵੇਰੀਅਸ ਐਸੈਟਸ ਅਤੇ ਲਾਇਬਿਲਿਟੀਜ਼ ਜਿਹੜੀਆਂ ਨੇ ਉਹ ਰਿਕਾਰਡ ਕਰਕੇ ਰੱਖੀਆਂ ਹੋਈਆਂ। ਉੱਥੋਂ ਸਾਡੇ ਬਿਜ਼ਨਸ ਦੀ ਵੈਲਿਊਏਸ਼ਨ ਦਾ ਸਾਨੂੰ ਪਤਾ ਲੱਗ ਜਾਂਦਾ ਹੈ। ਨੈਕਸਟ ਪੁਆਇੰਟ ਹੈ ਫਿਊਚਰ ਪਲੈਨਿੰਗ ਦੇ ਲਈ ਅਕਾਊਂਟਿੰਗ ਸਾਡੀ ਹੈਲਪ ਕਰਦੀ ਹੈ। ਦੇਖੋ ਹੁਣ ਫਿਊਚਰ ਪਲੈਨਿੰਗ ਅਸੀਂ ਕਿਸ ਦੇ ਬੇਸ 'ਤੇ ਕਰਨੀ ਹੁੰਦੀ ਹੈ, ਕਿਸ ਚੀਜ਼ ਲਈ ਅਸੀਂ ਕਰਨੀ ਹੈ ਕਿ ਅਸੀਂ ਆਪਣਾ ਪ੍ਰੋਡਕਟ ਕਿੰਨਾ ਟਾਈਮ ਮਾਰਕੀਟ 'ਚ ਵੇਚ ਸਕਦੇ ਹਾਂ। ਸਾਡੀ ਇੱਕ ਪਲੈਨਿੰਗ ਇਹ ਹੈ। ਮੇਕ ਔਰ ਬਾਏ, ਕਿਆ ਅਸੀਂ ਇੱਕ ਚੀਜ਼ ਜਿਹੜੀ ਹੈ ਆਪਣੀ ਬਣਾ ਲਈਏ ਜਾਂ ਅਸੀਂ ਇਸ ਨੂੰ ਬਣੀ ਬਣਾਈ ਰੈਡੀਮੇਡ ਮਾਰਕੀਟ 'ਚੋਂ ਪਰਚੇਜ਼ ਕਰ ਲਈਏ। ਇੱਕ ਸਾਡਾ ਇਸ ਦੇ ਲਈ ਪਲੈਨਿੰਗ ਹੋ ਗਈ, ਸਾਡਾ ਇਸ ਲਈ ਡਿਸੀਜ਼ਨ ਹੋ ਗਿਆ। ਸੋ ਅਕਾਊਂਟਿੰਗ ਜਿਹੜੀ ਹੈ ਸਾਨੂੰ ਸਫੀਸ਼ੀਐਂਟ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦੀ ਹੈ ਟੂ ਦਾ ਮੈਨੇਜਮੈਂਟ ਫॉर ਫਿਊਚਰ ਪਲੈਨਿੰਗ ਐਂਡ ਅਦਰ ਕਾਈਂਡ ਆਫ ਡਿਸੀਜ਼ਨ। ਜਿੰਨੀ ਵੀ ਤਰ੍ਹਾਂ ਦੇ ਮੈਨੇਜਮੈਂਟ ਨੇ ਡਿਸੀਜ਼ਨ ਲੈਣੇ ਆ ਉਹਦੇ ਰਿਗਾਰਡਿੰਗ, ਚਾਹੇ ਉਹ ਫਾਈਨੈਂਸ਼ੀਅਲ ਡਿਸੀਜ਼ਨਸ ਨੇ, ਚਾਹੇ ਉਹ ਹਿਊਮਨ ਰਿਸੋਰਸ ਡਿਸੀਜ਼ਨ ਨੇ, ਚਾਹੇ ਉਹ ਕਿਸੇ ਵੀ ਚੀਜ਼ ਦੇ ਡਿਸੀਜ਼ਨ ਹੈ। ਸੋ ਅਕਾਊਂਟਿੰਗ ਇੱਕ ਸਫੀਸ਼ੀਐਂਟ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਸੋ ਦੈਟ ਕਿ ਅਸੀਂ ਉਹ ਸਾਰੇ ਡਿਸੀਜ਼ਨ ਜਿਹੜੇ ਹੈ ਲੈ ਸਕੀਏ। ਨੈਕਸਟ ਪੁਆਇੰਟ ਹੈ ਹੈਲਪ ਇਨ ਰੇਜ਼ਿੰਗ ਲੋਨ। ਅਗਰ ਅਸੀਂ ਕਿਸੇ ਪਰਸਨ ਨੂੰ ਉਧਾਰ 'ਚ ਪੈਸਾ ਦੇਣਾ ਹੋਵੇ ਤਾਂ ਅਸੀਂ ਉਧਾਰ 'ਚ ਪੈਸਾ ਦੇਣ ਤੋਂ ਪਹਿਲਾਂ ਕਿਸ ਚੀਜ਼ ਦੀ ਇਨਕੁਆਇਰੀ ਕਰਦੇ ਹਾਂ ਕਿ ਕਿਆ ਉਸ ਪਰਸਨ ਦਾ ਸਾਊਂਡਨੈਸ ਠੀਕ ਹੈ, ਕਿਆ ਉਸਨੇ ਲੋਕਾਂ ਦਾ ਜ਼ਿਆਦਾ ਪੈਸਾ ਤਾਂ ਨਹੀਂ ਦੇਣਾ, ਕਿਤੇ ਮੇਰੇ ਪੈਸੇ ਡੁੱਬ ਤਾਂ ਨਹੀਂ ਜਾਣਗੇ, ਉਹਦੀ ਅਰਨਿੰਗ ਕਿੰਨੀ ਕੁ ਹੈ, ਕਮਾਈ ਕਿੰਨੀ ਕੁ ਉਹਦੀ, ਕਿਆ ਉਹ ਮੇਰਾ ਪੈਸਾ ਮੋੜ ਵੀ ਦਊਗਾ ਕੱਲ੍ਹ ਨੂੰ ਵਾਪਸ। ਅਗਰ ਇਹ ਸਾਰੀਆਂ ਚੀਜ਼ਾਂ ਨੈਗੇਟਿਵ ਹੋ ਜਾਂਦੀਆਂ ਤਾਂ ਅਸੀਂ ਕਿਉਂ ਬਹਾਨਾ ਲਾ ਕੇ ਟਾਲ ਦਿੰਦੇ ਹਾਂ ਕਿ ਸਾਡੇ ਕੋਲ ਪੈਸੇ ਨਹੀਂ ਹੈ ਸਫੀਸ਼ੀਐਂਟ। ਸੋ ਬੈਂਕ ਇੰਸਟੀਟਿਊਟ ਜਿਹੜੇ ਹੈ ਉਹ ਕਿਸ ਤਰ੍ਹਾਂ ਇਨਕੁਆਇਰੀ ਕਰਦੇ ਆ ਇੱਕ ਬਿਜ਼ਨਸ ਹਾਊਸ ਦੀ? ਉਹ ਪਿਛਲੇ ਰਿਕਾਰਡ ਮੰਗ ਲੈਂਦੇ ਆ ਬਿਜ਼ਨਸ ਦੇ, 4 ਸਾਲ 5 ਸਾਲ 6 ਸਾਲ ਦੇ ਰਿਕਾਰਡ ਮੰਗ ਲੈਂਦੇ ਆ। ਨਾਲ ਹੀ ਉਹ ਟੈਕਸ ਰਿਟਰਨਸ ਮੰਗ ਲੈਂਦੇ ਆ। ਕਿਆ ਅਸੀਂ ਟਾਈਮ ਸਿਰ ਟੈਕਸ ਭਰਦੇ ਹਾਂ? ਟੈਕਸ ਸਾਡਾ ਕਿੰਨਾ ਬਣਦਾ ਹੈ? ਸਾਡਾ ਪ੍ਰੋਫਿਟ ਦਾ ਗ੍ਰਾਫ ਕੀ ਹੈ? ਕਿਆ ਸਾਡਾ ਪ੍ਰੋਫਿਟ ਅਪਵਰਡ ਟ੍ਰੈਂਡ 'ਚ ਜਾ ਰਿਹਾ ਹੈ ਜਾਂ ਡਾਊਨਵਰਡ ਟ੍ਰੈਂਡ 'ਚ ਜਾ ਰਿਹਾ? ਸਾਡੀ ਸੇਲ ਕਿੰਨੀ ਕੁ ਹੋਈ ਵੀ ਹੈ? ਇਹ ਸਾਰਾ ਰਿਕਾਰਡ ਉਹ ਸਾਨੂੰ ਮੰਗ ਲੈਂਦੇ ਆ। ਜਦੋਂ ਇਹ ਰਿਕਾਰਡ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਦੈਨ ਉਹ ਸਾਨੂੰ ਲੋਨ ਸੈਂਕਸ਼ਨ ਕਰਦੇ ਆ। ਜਦੋਂ ਉਸ ਨੂੰ ਇਹ ਇੰਸ਼ੋਰਟੀ ਹੋ ਜਾਂਦੀ ਹੈ ਕਿ ਇਹ ਬਿਜ਼ਨਸ ਮੇਰਾ ਲੋਨ ਵਾਪਸ ਕਰਨ ਦੇ ਲਾਇਕ ਹੈ, ਕਰ ਦੂਗਾ, ਤਦ ਉਹ ਸਾਨੂੰ ਲੋਨ ਸੈਂਕਸ਼ਨ ਕਰਦੇ ਆ। ਸੋ ਇਸ ਕਰਕੇ ਫਾਈਨੈਂਸ਼ੀਅਲ ਇੰਸਟੀਟਿਊਟਸ ਪ੍ਰੋਵਾਈਡ ਲੋਨ ਔਨ ਦਾ ਬੇਸਿਸ ਆਫ ਫਾਈਨੈਂਸ਼ੀਅਲ ਪਰਫਾਰਮੈਂਸ ਆਫ ਦਾ ਬਿਜ਼ਨਸ। ਦੇਖੋ ਪਰਫਾਰਮੈਂਸ ਕਿੱਥੋਂ ਪਤਾ ਲੱਗੀ? ਫਿਰ ਉਹੀ ਦੋ ਚੀਜ਼ਾਂ ਤੋਂ, ਸਾਡੇ ਫਾਈਨੈਂਸ਼ੀਅਲ ਰਿਜ਼ਲਟਸ ਤੋਂ, ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਤੋਂ, ਵਿਚ ਕੁਡ ਮੈਜ਼ਰ ਵਿਦ ਦਾ ਹੈਲਪ ਆਫ ਅਕਾਊਂਟਿੰਗ, ਜਿਸ ਨੂੰ ਕਿ ਅਸੀਂ ਅਕਾਊਂਟਿੰਗ ਦੇ ਨਾਲ ਹੀ ਫਾਈਂਡ ਆਊਟ ਕਰ ਸਕਦੇ। ਨੈਕਸਟ ਪੁਆਇੰਟ ਹੈ ਸਾਡਾ ਯੂਜ਼ਫੁਲ ਫॉर ਦਾ ਪਰਪਸ ਆਫ ਐਵੀਡੈਂਸ ਇਨ ਕੋਰਟ ਆਫ ਲਾਅ। ਕੋਰਟ ਆਫ ਲਾਅ ਦੇ ਵਿੱਚ ਅਗਰ ਸਾਡੇ ਅਗੇਂਸਟ ਕੋਈ ਕੇਸ ਲੱਗਦਾ, ਚਾਹੇ ਉਹ ਕਸਟਮਰ ਕਰਦਾ ਹੈ, ਚਾਹੇ ਉਹ ਮਨੀ ਲੈਂਡਰਸ ਕਰ ਦਿੰਦੇ ਆ, ਚਾਹੇ ਉਹ ਟੈਕਸ ਅਥਾਰਟੀਜ਼ ਕਰ ਦਿੰਦੀਆਂ ਕਿ ਅਸੀਂ ਉਹਨਾਂ ਦੀ ਕੋਈ ਪੇਮੈਂਟ ਨਹੀਂ ਦਿੱਤੀ ਜਦ ਕਿ ਅਸੀਂ ਪੇਮੈਂਟ ਦੇ ਚੁੱਕੇ ਹਾਂ। ਅਗਰ ਪੇਮੈਂਟ ਅਸੀਂ ਦਿੱਤੀ ਹੈ ਤਾਂ ਸਾਡੇ ਕੋਲ ਕੀ ਹੋਊਗਾ? ਉਸ ਦਾ ਇੱਕ ਡਾਕੂਮੈਂਟਰੀ ਐਵੀਡੈਂਸ ਹੋਊਗਾ। ਤਾਂ ਡਾਕੂਮੈਂਟਰੀ ਐਵੀਡੈਂਸ ਜਿਹੜੇ ਹੈ ਉਹ ਸਾਡੇ ਕਿੱਥੇ ਆ? ਅਕਾਊਂਟਿੰਗ 'ਚ ਆ। ਸੋ ਅਕਾਊਂਟਿੰਗ ਰਿਕਾਰਡ ਜਿਹੜਾ ਹੈ ਇਹ ਸਾਡੀ ਹੈਲਪ ਕਰਦਾ ਹੈ ਕਿ ਅਗਰ ਕੋਈ ਕਲੇਮ ਸਾਡੇ ਅਗੇਂਸਟ ਹੈ ਆਊਟਸਾਈਡਰ ਲਾਇਬਿਲਿਟੀ ਦੇ ਰਿਗਾਰਡਿੰਗ, ਤਾਂ ਉੱਥੇ ਅਸੀਂ ਉਸ ਅਕਾਊਂਟਿੰਗ ਰਿਕਾਰਡ ਨੂੰ ਐਜ਼ ਅ ਡਾਕੂਮੈਂਟਰੀ ਐਵੀਡੈਂਸ ਉੱਥੇ ਪੇਸ਼ ਕਰ ਸਕਦੇ ਹਾਂ। ਸੋ ਅਕਾਊਂਟਿੰਗ ਜਿਹੜੀ ਹੈ ਸਾਡੀ ਇਸ ਮੈਟਰ ਦੇ ਵਿੱਚ ਵੀ ਹੈਲਪ ਕਰਦੀ ਹੈ। ਨੈਕਸਟ ਪੁਆਇੰਟ ਹੈ ਆਪਣਾ ਯੂਜ਼ਫੁਲ ਫॉर ਦਾ ਪਰਪਸ ਆਫ ਕੰਪੈਰੀਜ਼ਨ। ਦੇਖੋ ਅਗਰ ਅਸੀਂ ਆਪਣਾ ਅੱਛਾ ਕੰਮ ਕਰਦੇ ਜਾ ਰਹੇ ਹਾਂ ਫਿਰ ਵੀ ਸਾਨੂੰ ਨੈਕਸਟ ਟਾਈਮ ਹੋਰ ਬੈਟਰ ਕਰਨ ਦੇ ਲਈ ਕੀ ਕਰਨਾ ਪਊਗਾ? ਆਪਣੀ ਪਾਸਟ ਪਰਫਾਰਮੈਂਸ ਦੇਖਣੀ ਪਊਗੀ, ਆਪਣੀ ਪ੍ਰੈਜ਼ੈਂਟ ਪਰਫਾਰਮੈਂਸ ਨਾਲ ਉਸ ਨੂੰ ਕੰਪੇਅਰ ਕਰਨਾ ਪਊਗਾ। ਸੋ ਪਾਸਟ ਪਰਫਾਰਮੈਂਸ ਸਾਡੇ ਕੋਲ ਕਿੱਥੋਂ ਆਊਗੀ? ਜੇ ਸਾਡੇ ਰਿਕਾਰਡ ਬਣੇ ਹੋਣਗੇ, ਜੇ ਸਾਡੀ ਅਕਾਊਂਟਿੰਗ ਸਾਨੂੰ ਰਿਕਾਰਡ ਜਿਹੜੇ ਆ ਪ੍ਰੋਵਾਈਡ ਕਰੂਗੀ, ਜਾਂ ਅਸੀਂ ਆਪਣਾ ਜੋ ਹੈ ਸਿਸਟਮ, ਜੋ ਸਾਡਾ ਰਿਜ਼ਲਟ ਹੋਊਗਾ, ਸਾਡੀ ਪਰਫਾਰਮੈਂਸ ਹੋਊਗੀ, ਉਹਨੂੰ ਅਸੀਂ ਕਿਸੇ ਹੋਰ ਇੰਡਸਟਰੀ ਜੋ ਕਿ ਸਾਡੇ ਨਾਲ ਸਿਮਿਲਰ ਬਿਜ਼ਨਸ ਕਰਦੀ ਹੈ, ਸਿਮਿਲਰ ਹੀ ਇਕਨੋਮਿਕ ਕੰਡੀਸ਼ਨਸ ਦੇ ਵਿੱਚ ਉਹ ਰਹਿ ਕੇ ਬਿਜ਼ਨਸ ਕਰ ਰਹੇ ਆ, ਸਿਮਿਲਰ ਰਿਸੋਰਸਿਸ ਉਹ ਯੂਜ਼ ਕਰਦੇ ਆ, ਤਾਂ ਅਸੀਂ ਅਗਰ ਆਪਣਾ ਬਿਜ਼ਨਸ ਉਹਨਾਂ ਨਾਲ ਕੰਪੇਅਰ ਕਰਨਾ ਤਦ ਵੀ ਸਾਨੂੰ ਅਕਾਊਂਟਿੰਗ ਰਿਕਾਰਡ ਉਹਨਾਂ ਦਾ ਵੀ ਅਤੇ ਸਾਡਾ ਵੀ ਸਾਨੂੰ ਉਹ ਅਵੇਲੇਬਲ ਹੋਣਾ ਚਾਹੀਦਾ, ਤਦ ਹੀ ਅਸੀਂ ਜਿਹੜਾ ਕੰਪੈਰੀਜ਼ਨ ਹੈ ਉਹ ਕਰ ਸਕਦੇ ਹਾਂ। ਸੋ ਇੱਥੇ ਅਕਾਊਂਟਿੰਗ ਸਾਡੀ ਹੈਲਪ ਕਰਦੀ ਹੈ
useful for the purpose of comparison on the basis of past and present financial statements, profit and loss account and balance sheet of the business। ਇਹਨਾਂ ਦੀ ਹੈਲਪ ਦੇ ਨਾਲ ਜੋ ਹੈ ਏਬਲ ਟੂ ਕੰਪੇਅਰ ਦਾ ਪਰਫਾਰਮੈਂਸ ਇੰਟਰ ਫਰਮ ਔਰ ਇੰਟਰਾ ਫਰਮ। ਦੇਖੋ ਦੋਨੋਂ ਤਰੀਕੇ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ। ਇੰਟਰਾ ਫਰਮ ਮੀਨਸ ਵਿਦ ਇਨ ਦਾ ਫਰਮ, ਅਸੀਂ ਆਪਣੇ ਆਪ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਹੈ, ਆਪਣੇ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਇਸ ਸਾਲ ਦੇ ਨਾਲ ਕੰਪੇਅਰ ਕਰਕੇ ਦੇਖਣਾ ਹੈ। ਦੈਟ ਇਜ਼ ਕਾਲਡ ਇੰਟਰਾ ਫਰਮ ਕੰਪੈਰੀਜ਼ਨ। ਇੰਟਰ ਫਰਮ ਕੰਪੈਰੀਜ਼ਨ ਕਿਹੜੀ ਹੋਊਗੀ? ਜਦੋਂ ਅਸੀਂ ਆਪਣੇ ਵਾਂਗੂ ਸਿਮਿਲਰ ਬਿਜ਼ਨਸ ਕਰਦੀ ਹੋਈ ਕਿਸੇ ਹੋਰ ਕੰਪਨੀ ਦੇ ਨਾਲ ਆਪਣਾ ਰਿਕਾਰਡ ਜਿਹੜਾ ਹੈ ਉਹ ਕੰਪੇਅਰ ਕਰਨਾ ਹੋਵੇ। ਸੋ ਇਹ ਸਾਰਾ ਕੁਝ ਪੋਸੀਬਲ ਹੈ ਵਿਦ ਦਾ ਹੈਲਪ ਆਫ ਅਕਾਊਂਟਿੰਗ। ਨੈਕਸਟ ਪੁਆਇੰਟ ਹੈ ਸਾਡਾ ਫੈਸਿਲਿਟੇਟ ਆਡਿਟ। ਆਡਿਟ ਦਾ ਮਤਲਬ ਕੀ ਹੁੰਦਾ ਹੈ? ਦੇਖੋ ਐਟ ਦੀ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਜਦੋਂ ਅਸੀਂ ਅਕਾਊਂਟਿੰਗ ਕਰ ਲਈ, ਕੰਪਲੀਟ ਕਰ ਲਈ, ਉਸ ਤੋਂ ਬਾਅਦ ਜਿਹੜਾ ਹੈ ਇੱਕ ਚਾਰਟਰਡ ਅਕਾਊਂਟੈਂਟ, ਇਨ ਪ੍ਰੈਕਟਿਸ ਚਾਰਟਰਡ ਅਕਾਊਂਟੈਂਟ, ਔਨ ਜੌਬ ਨਹੀਂ, ਇਨ ਪ੍ਰੈਕਟਿਸ ਚਾਰਟਰਡ ਅਕਾਊਂਟੈਂਟ ਜੋ ਹੋਏਗਾ ਡਿਗਰੀ ਹੋਲਡਰ, ਉਹ ਆ ਕੇ ਸਾਡੇ ਅਕਾਊਂਟਸ ਨੂੰ ਆਡਿਟ ਕਰਕੇ ਜਾਂਦਾ ਹੈ। ਆਡਿਟ ਕਰੂਗਾ, ਸਿਗਨੇਚਰ ਕਰੂਗਾ, ਸਟੈਂਪ ਕਰੂਗਾ, ਉਹਦੇ ਉੱਪਰ ਉਹ ਆਪਣੇ ਕਮੈਂਟਸ ਲਿਖ ਕੇ ਜਾਏਗਾ। ਠੀਕ ਹੈ। ਸੋ ਇਹਦੇ ਲਈ ਕੀ ਹੈ? ਡਿਪੈਂਡਿੰਗ ਅਪੋਨ ਦਾ ਸਾਈਜ਼, ਕਿਉਂਕਿ ਇਹ ਚੀਜ਼ ਜੋ ਹੈ ਆਡਿਟ ਹੈ ਹਰ ਇੱਕ ਬਿਜ਼ਨਸ ਦੇ ਲਈ ਕੰਪਲਸਰੀ ਨਹੀਂ ਹੈ। ਡਿਪੈਂਡਿੰਗ ਅਪੋਨ ਦਾ ਸਾਈਜ਼, ਨੇਚਰ ਐਂਡ ਟਾਈਪ ਆਫ ਬਿਜ਼ਨਸ। ਕਿਸੇ ਕਿਸੇ ਬਿਜ਼ਨਸ ਲਈ ਇਹ ਕੰਪਲਸਰੀ ਹੈ, ਕਿਸੇ ਬਿਜ਼ਨਸ ਲਈ ਇਹ ਕੰਪਲਸਰੀ ਨਹੀਂ ਵੀ ਹੈ। Audit of the books of accounts is mandatory as per the nature is mandatory। अगर नेचर ਤੁਹਾਡੀ as per the law ਫॉल ਕਰੇਗਾ ਕਿ ਤੁਹਾਨੂੰ ਆਡਿਟ ਕਰਾਉਣਾ ਜ਼ਰੂਰੀ ਹੈ, ਦੈਨ ਸਾਨੂੰ ਆਡਿਟ ਕੰਡਕਟ ਕਰਾਉਣਾ ਪਊਗਾ। ਅਗਰ ਸਾਡੇ ਲਈ ਜ਼ਰੂਰੀ ਨਹੀਂ ਹੈ ਤਾਂ ਅਸੀਂ ਨਹੀਂ ਕਰਾਵਾਂਗੇ। ਲੇਕਿਨ ਆਡਿਟ ਹੋਊਗਾ ਕਿਵੇਂ? ਇਹ ਖਾਤੇ ਚੈੱਕ ਕਿਵੇਂ ਹੋਣਗੇ? ਜੋ ਅਕਾਊਂਟਿੰਗ ਰਿਕਾਰਡ ਬਣਿਆ ਉਸੇ ਨੂੰ ਉਹ ਚੈੱਕ ਕਰਕੇ ਜਾਏਗਾ। ਡਾਕੂਮੈਂਟਰੀ ਐਵੀਡੈਂਸਿਸ ਨਾਲ ਸਾਰੀ ਟ੍ਰਾਂਜੈਕਸ਼ਨਸ ਜਿਹੜੀ ਹੈ ਇਨ ਦਾ ਲਾਈਟ ਆਫ ਅਕਾਊਂਟਿੰਗ ਸਟੈਂਡਰਡ ਕਨਸੈਪਟਸ ਐਂਡ ਕਨਵੈਨਸ਼ਨਸ, ਕਿ ਜੋ ਅਸੀਂ ਕੀਤਾ ਕਿ ਅਕੋਰਡਿੰਗ ਟੂ ਰੂਲਸ ਐਂਡ ਰੈਗੂਲੇਸ਼ਨਸ ਹੀ ਕੀਤਾ, ਉਹ ਸਾਰਾ ਕੁਝ ਦੇਖ ਕੇ ਮੈਚ ਕਰਕੇ ਦੈਨ ਉਸ ਦੇ ਉੱਪਰ ਆਪਣੇ ਜੋ ਕਮੈਂਟਸ ਹੈ ਉਹ ਲਿਖ ਕੇ ਜਾਏਗਾ। ਅਬਾਊਟ ਦਾ ਟਰੂਥਨੈਸ, ਕਿਸ ਚੀਜ਼ ਨੂੰ ਚੈੱਕ ਕੀਤਾ ਜਾਂਦਾ ਹੈ? ਅਬਾਊਟ ਦਾ ਟਰੁੱਥ ਐਂਡ ਫੇਅਰਨੈਸ ਆਫ ਰਿਕਾਰਡਸ। ਦੇਖੋ ਇਹ ਦੋਨੋਂ ਚੀਜ਼ਾਂ ਹੈ, ਟਰੁੱਥ ਐਂਡ ਫੇਅਰਨੈਸ। ਟਰੁੱਥ ਅਸੀਂ ਕੀ ਹੈ? ਜੇ ਅਸੀਂ ਉਹਦੇ ਵਿੱਚ ਕੋਈ ਫਰਾਡ ਨਹੀਂ ਕੀਤਾ ਹੋਏਗਾ। ਫੇਅਰਨੈਸ ਕਦੋਂ ਹੋਊਗੀ? ਜਦੋਂ ਉਸ ਦੇ ਵਿੱਚ ਕੋਈ ਐਰਰ ਵੀ ਨਹੀਂ ਹੋਊਗੀ। ਦੇਖੋ ਐਰਰ ਤੇ ਫਰਾਡ ਦੇ ਵਿੱਚ ਇੱਕੋ ਹੀ ਫਰਕ ਹੁੰਦਾ ਹੈ। ਫਰਾਡ ਜਾਣਬੁੱਝ ਕੇ ਕੀਤਾ ਜਾਂਦਾ ਤੇ ਐਰਰ ਸਾਡੇ ਤੋਂ ਕੀ ਹੈ? ਹੋ ਜਾਂਦੀ ਹੈ, ਇਨੋਸੈਂਟਲੀ ਹੋ ਜਾਂਦੀ ਹੈ। ਜਦੋਂ ਸਾਡੇ ਤੋਂ ਐਰਰ ਹੁੰਦੀ ਹੈ ਇਟ ਮੀਨਸ ਸਾਨੂੰ ਇਹ ਬਲੀਵ ਹੈ ਕਿ ਅਸੀਂ ਸਹੀ ਹਾਂ, ਬਟ ਟੈਕਨੀਕਲੀ ਅਸੀਂ ਕਿਤੇ ਨਾ ਕਿਤੇ ਗਲਤ ਸੀ, ਤਦ ਉਹ ਐਰਰ ਕਹਿਲਾਂਦੀ ਹੈ। ਅਗਰ ਮੈਨੂੰ ਪਤਾ ਹੀ ਸੀ ਕਿ ਮੈਂ ਗਲਤ ਹਾਂ, ਉਹਦੇ ਬਾਵਜੂਦ ਮੈਂ ਗਲਤੀ ਕਰ ਰਿਹਾ, ਤਾਂ ਇਟ ਮੀਨਸ ਮੈਂ ਕੀ ਕਰ ਰਿਹਾ? ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਰਿਕਾਰਡਸ ਨੂੰ, ਮੈਂ ਉੱਥੇ ਫਰਾਡ ਕੰਡਕਟ ਕਰ ਰਿਹਾ। ਠੀਕ ਹੈ ਜੀ। ਸੋ ਇਹਦੇ ਲਈ ਆਡਿਟ ਪ੍ਰੋਗਰਾਮ ਕਰਵਾਉਣਾ ਤਾਂ ਅਕਾਊਂਟਿੰਗ ਜੋ ਹੈ ਇਹ ਫੈਸਿਲੀਟੇਟ ਕਰਦੀ ਹੈ ਆਡਿਟ ਪ੍ਰੋਗਰਾਮ ਨੂੰ ਕੰਡਕਟ ਕਰਨ ਦੇ ਲਈ, ਤੇ ਨੈਸੈਸਰੀ ਇਨਫੋਰਮੇਸ਼ਨ ਉਹਦੇ ਲਈ ਪ੍ਰੋਵਾਈਡ ਕਰਦੀ ਹੈ। ਨੈਕਸਟ ਪੁਆਇੰਟ ਹੈ ਸਾਡਾ ਇਫੈਕਟਿਵ ਮੈਨੇਜਮੈਂਟ। ਦੇਖੋ ਮੈਨੇਜਮੈਂਟ ਦਾ ਕੀ ਮਤਲਬ ਸੀ? ਟੂ ਮੈਨੇਜ, ਕਿਸ ਨੂੰ ਮੈਨੇਜ ਕਰਨਾ ਹੈ? ਐਕਟੀਵਿਟੀਜ਼ ਆਫ ਦਾ ਬਿਜ਼ਨਸ। ਹੁਣ ਇਹ ਇਫੈਕਟਿਵ ਕਿਵੇਂ ਹੋਊਗੀ? ਅਸੀਂ ਪਲੈਨਿੰਗ ਵੀ ਕਰਨੀ ਹੈ, ਅਸੀਂ ਆਰਗੇਨਾਈਜ਼ ਕਰਨਾ ਹੈ, ਅਸੀਂ ਸਟਾਫ ਵੀ ਭਰਤੀ ਕਰਨਾ ਹੈ, ਫਿਰ ਅਸੀਂ ਉਹਨਾਂ ਨੂੰ ਕੰਮ ਦੇਣੇ ਆ, ਟਾਰਗੇਟ ਰੱਖਣੇ ਆ, ਬਜਟ ਬਣਾਉਣੇ ਆ, ਬਹੁਤ ਕੁਝ ਕਰਨਾ ਸੀ। ਉਹ ਸਾਰਾ ਕੁਝ ਕਿਵੇਂ ਹੋਊਗਾ? ਪਾਸਟ ਰਿਕਾਰਡਸ ਦੇ ਬੇਸ 'ਤੇ ਹੀ ਹੋਏਗਾ। ਸੋ ਜਦੋਂ ਅਸੀਂ ਇਹ ਸਾਰਾ ਕੁਝ ਕਰਨਾ ਹੈ, ਜਿਹੜੇ ਫੰਕਸ਼ਨਸ ਆਫ ਮੈਨੇਜਮੈਂਟ ਹੈ, ਜਦੋਂ ਅਸੀਂ ਇਸ ਨੂੰ ਪਰਫਾਰਮ ਕਰਨਾ, ਜਦੋਂ ਅਸੀਂ ਐਕਟੀਵਿਟੀਜ਼ ਨੂੰ ਕੰਟਰੋਲ ਕਰਨਾ ਹੈ, ਤਾਂ ਇਹ ਹੋਊਗਾ ਔਨ ਦਾ ਬੇਸਿਸ ਆਫ ਅਵੇਲੇਬਿਲਿਟੀ ਆਫ ਰਿਕਾਰਡਸ। ਔਰ ਉਹ ਰਿਕਾਰਡਸ ਸਾਨੂੰ ਕਿੱਥੋਂ ਮਿਲਣੇ ਆ? ਉਹ ਰਿਕਾਰਡ ਸਾਨੂੰ ਅਕਾਊਂਟਿੰਗ ਪ੍ਰੋਵਾਈਡ ਕਰੇਗੀ। ਸੋ ਕੀ ਲਿਖਿਆ ਇੱਥੇ? ਹੈਲਪ ਇਨ ਕੰਟਰੋਲ ਦਾ ਡਿਫਰੈਂਟ ਐਕਟੀਵਿਟੀਜ਼ by evaluation of performance with the standards। ਦੇਖੋ ਡਿਫਰੈਂਟ ਐਕਟੀਵਿਟੀਜ਼ ਨੂੰ ਕੰਟਰੋਲ ਕਰ ਰਹੇ ਹਾਂ ਅਸੀਂ ਬਾਏ ਇਵੈਲੂਏਸ਼ਨ ਆਫ ਪਰਫਾਰਮੈਂਸ ਨੂੰ ਇਵੈਲੂਏਟ ਕਰਕੇ, ਮੁਲਾਂਕਣ ਕਰਕੇ ਉਸ ਦਾ, ਵਿਦ ਦਾ ਸਟੈਂਡਰਡ ਪਰਫਾਰਮੈਂਸ। ਸਟੈਂਡਰਡ ਮੀਨਸ ਜਿਹੜੀ ਅਸੀਂ ਪਹਿਲਾਂ ਡਿਸਾਈਡ ਕੀਤੀ ਸੀ, ਐਕਚੁਅਲ ਪਰਫਾਰਮੈਂਸ ਨੂੰ ਉਹਦੇ ਨਾਲ ਅਸੀਂ ਕੰਪੇਅਰ ਕਰ ਰਹੇ ਹਾਂ। ਜਾਂ ਇਹ ਕਹਿ ਲਓ ਕਿ ਅਸੀਂ ਪਿਛਲੇ ਸਾਲ ਜੋ ਸਾਡੀ ਪਰਫਾਰਮੈਂਸ ਸੀ ਉਸ ਨਾਲ ਇਸ ਸਾਲ ਦੀ ਪਰਫਾਰਮੈਂਸ ਨੂੰ, ਸੇਲ ਨੂੰ, ਪ੍ਰੋਫਿਟ ਨੂੰ, ਕਾਸਟ ਨੂੰ ਕੰਪੇਅਰ ਕਰਕੇ ਅਸੀਂ ਜਿਹੜੇ ਹੈ
डिसीजन लेने आ, असी पॉलिसीज़ बनानी, असी बजट तैयार करने हैं। सो ये सारा कुछ किवें पॉसीबल होगा? विद द हैल्प ऑफ अकाउंटिंग। नैक्सट पॉइंट है हैल्प इन डिसीजन मेकिंग। देखो सिमिलर पॉइंट है जो असी हुणे डिस्कस किया 11th पॉइंट, उहदी तरह ही है 12th भी। हुण देखो डिसीजन लेना मीनस वो भी पार्ट ऑफ मैनेजीरियल एक्टिविटी है। उपर असी देखिया कि इफैक्टिव मैनेजमेंट, जो असी मैनेजमेंट ही कर ली तो डिसीजन उसे दे विचों ही निकलिया होया एक पॉइंट है जिसनों असी सैपरेट डिस्कलोज कर दिता। बाय प्रोवाइडिंग नैसेसरी रिकॉर्ड, देखो रिकॉर्ड प्रोवाइड करांगे तो असी रिकॉर्ड नूं आपस च कंपेयर करांगे, तद सानूं कोई इफैक्टिव डिसीजन लैण दे विच हैल्प मिलूगी। कंसीडर द एवैल्यूएट बिफोर टेकिंग डिसीजन, लाइक सेल प्राइस असी की रखना है, लाइक मेक और बाय की करना है। देखो अगर सपोज करिए एग्जांपल लैने आपां कि एक क्रिकेट टीम जिहड़ी है उसनूं सिलैक्ट किए जा रहे हैं प्लेयर्स उहदे लई। हुण एक प्लेयर अच्छा है या माड़ा है असी किस चीज़ तो अंदाज़ा लगाने आ? उहदा पास्ट रिकॉर्ड, और उहदा पास्ट रिकॉर्ड जिहड़ा है वो किसने बनाया? वो बोर्ड जिहड़ा है इकट्ठा कर रहा उहदा पास्ट रिकॉर्ड, उसनूं अलग तो रखिया जांदा है, उहदी एवरेज कड्ढी जांदी है या जो भी है उसका प्रोसैस। देखो इत्थे गल आई कि पास्ट रिकॉर्ड, जो भी असी डिसीजन लेना है, जो भी असी चीज़ सिलैक्ट करनी है, उहदे लई सानूं की है पास्ट रिकॉर्ड चाहिदा होगा, जिस दे उपर बेस्ड होके असी कोई डिसीजन जिहड़ा है वो लवांगे। सो वो रिकॉर्ड सानूं कौन प्रोवाइड करदा है? एक सिस्टम जिसका नाम अकाउंटिंग है। सो अकाउंटिंग सानूं वो बेस प्रोवाइड करती है जिस बेस नूं असी मनदे होए डिसीजन लेने हैं। क्लीयर जी? ये सी साडियां सारियां एडवांटेजेस। नैक्सट आपां डिस्कस करनी है लिमिटेशंस ऑफ अकाउंटिंग। हुण लिमिटेशन जिथे देखो अकाउंटिंग दे इन्ने फायदे है उत्थे अकाउंटिंग दे कुछ नुकसान भी है। तो लिमिटेशंस की ने उसदियां? फर्स्ट है इग्नोर द क्वालिटेटिव फैक्टर। देखो फर्स्ट की करती है ये इग्नोर कर दिंदी है क्वालिटेटिव फैक्टर्स नूं, वो क्वालिटी जिस दे विच हो सकती है, लेकिन क्योंकि अकाउंटिंग रिकॉर्ड करती है ओनली फाइनैंशियल नेचर ट्रांजैक्शन, कहने का मतलब वो ट्रांजैक्शन वो ईवेंट्स जिस दा पैसे दे विच एक मुल है, मैजरेबल इन टर्म्स ऑफ मनी है, सिर्फ उसे नूं रिकॉर्ड करती है। नॉन फाइनेंशियल ट्रांजैक्शंस विच मे मेक इंपैक्ट ऑन द फाइनेंशियल स्टेटमेंट्स, वो ट्रांजैक्शन जिहड़ी कि नॉन फाइनेंशियल है, जिस दा कि पैसे दे विच कोई मुल नहीं है, लेकिन उस दा साडियां फाइनेंशियल स्टेटमेंटां दे उपर बहुत वड्डा असर पै सकदा है, उसनूं रिकॉर्ड नहीं किया जाता। फॉर एग्जांपल किसी इंपलॉई दी ऑनेस्टी या डिसऑनेस्टी किन्नी है, असी इसनूं कदे रिकॉर्ड नहीं करते, क्योंकि क्वालिटी है, एक क्वांटिटी नहीं है, एक चीज़ का फीचर है, फीचर्स नूं रिकॉर्ड नहीं करती जब तक उसका कोई फाइनैंशियल प्राइस नहीं होएगा, मुल नहीं होएगा। नैक्सट है इग्नोर प्राइस लैवल चेंजिस। देखो हुण जिथे अकाउंटिंग ने फाइनैंशियल डाटा रिकॉर्ड किया, नॉन फाइनैंशियल डाटा रिकॉर्ड नहीं किया, क्वालिटेटिव फैक्टर्स नूं छड्ड दिता, जद कि वो क्वालिटेटिव फैक्टर्स बिजनेस दे उपर इफैक्ट पाउंदे आ। उत्थे ही ये विच एक होर ड्रॉबैक है कि प्राइस लैवल चेंजिस नूं भी रिकॉर्ड नहीं करती। देखो ये इस करके नहीं करती क्योंकि सानू इहदे लई रूल्स दिते गए, कॉस्ट कंसैप्ट बनाया गया, जिस रूल दे अंडर ही ये लिखिया होया है कि बार बार तुसी उहदियां प्राइसिस नूं चेंज नहीं करना। अगर वो चीज़ तुसी खुद यूज़ दे लई लैके आए हो, अगर तुसी उसनूं रीसेल लई लैके आए हो फिर कोई प्रॉब्लम नहीं है, फिर तुसी उहनूं चेंज कर सकते हो। बट चेंज फिर भी नहीं करते। असी करते की हाँ, सपोज करो अज एक चीज़ असी 10,000 की लैके आए, कल नूं मार्केट दे प्राइस उसका 12,000 हो गया, तो असी ऑटोमैटिकली उन्होंने सैल आउट कर देना है। असी अपनी किताबां च उसनूं रोक के नहीं रखांगे, क्योंकि असी उन्होंने इन्वैसटमेंट के परपज़ लिए नहीं लैके आए, असी उसनूं की है रीसेल के परपज़ लिए लैके आए हैं। जदों भी किसी चीज़ नूं असी परचेज करते हैं तो उन्होंने कॉस्ट प्राइस के उपर रिकॉर्ड किया जाता है, मार्केट प्राइस उस तो बाद उहदा इग्नोर कर दिता जाता है। उहदे अंदर जो चेंजिस आंदियां उहनूं असी बार बार रिकॉर्ड नहीं करते। जिवें अज असी एक प्लॉट खरीदिया, अज असी एक लैंड खरीदी है, उहदी वैल्यू सपोज करो 50 लाख है, असी उहनूं खरीदिया इन्वैसटमेंट के लिए खरीदिया, अपनी किताबां दे विच 50 लाख रुपए की रिकॉर्ड कर लिया।
ਕੱਲ੍ਹ ਉਹਦਾ ਪ੍ਰਾਈਸ ਡਿੱਗ ਕੇ 40 ਰਹਿ ਜਾਂਦਾ ਤਾਂ ਅਸੀਂ ਉਹਨੂੰ ਘਟਾ ਕੇ 40 ਨਹੀਂ ਕਰਨਾ। ਅਗਰ ਉਹਦਾ ਕੱਲ੍ਹ ਨੂੰ ਪ੍ਰਾਈਸ 60 ਲੱਖ ਹੋ ਜਾਂਦਾ ਅਸੀਂ ਉਹਨੂੰ ਵਧਾ ਕੇ 60 ਨਹੀਂ ਕਰਨਾ। ਇਹ ਰੂਲ ਹੈ, ਇਹ ਕੋਸਟ ਕੰਸੈਪਟ ਨੇ ਸਾਨੂੰ ਬੋਲਿਆ, ਇਹ ਸਟੇਬਲ ਮੋਨੀਟਰੀ ਯੂਨਿਟਰੀ ਕੰਸੈਪਟ ਨੇ ਸਾਨੂੰ ਬੋਲਿਆ, ਜਿਹਦੇ ਅੰਦਰ ਉਹਨਾਂ ਨੇ ਲਿਖਿਆ ਕਿ ਜੋ ਮਨੀ ਹੈ ਉਹਦੀ ਵੈਲਿਊ ਮਾਰਕੀਟ ਦੇ ਵਿੱਚ ਬੇਸ਼ੱਕ ਚੇਂਜ ਹੋ ਰਹੀ ਹੈ, ਲੇਕਿਨ ਅਸੀਂ ਪ੍ਰਾਈਸ ਲੈਵਲ ਚੇਂਜਸ ਜਿਹੜੀਆਂ ਨੇ ਕੰਸੀਡਰ ਨਹੀਂ ਕਰਨੀਆਂ। ਇਹ ਸਾਡੇ ਰੂਲਸ ਨੇ ਸਾਨੂੰ ਕਿਹਾ ਹੋਇਆ, ਲੇਕਿਨ ਇਹਨਾਂ ਰੂਲਸ ਦੇ ਕਾਰਨ ਹੀ ਅਕਾਊਂਟਿੰਗ ਦੀ ਇੱਕ ਡਰਾਬੈਕ ਬਣ ਗਈ। ਉਹ ਕੀ ਬਣੀ ਕਿ ਇੱਥੇ ਅਸੀਂ ਕੀ ਕਰ ਦਿੱਤਾ, ਪ੍ਰਾਈਸ ਲੈਵਲ ਚੇਂਜਸ ਜਿਹੜੇ ਆ ਇਸ ਨੂੰ ਅਸੀਂ ਰਿਕਾਰਡ ਨਹੀਂ ਕਰਤਾ, ਇਸ ਨੂੰ ਅਸੀਂ ਇਗਨੋਰ ਕਰ ਦਿੱਤਾ। ਔਰ ਇਸ ਨੂੰ ਇਗਨੋਰ ਕਰਨ ਦੇ ਨਾਲ ਕੀ ਹੋਇਆ, ਇਸ ਨੂੰ ਇਗਨੋਰ ਕਰਨ ਦੇ ਨਾਲ ਸਾਨੂੰ ਐਗਜ਼ੈਕਟ ਇਨਫੋਰਮੇਸ਼ਨ ਨਹੀਂ ਪਤਾ ਲੱਗੀ, ਸਾਡੇ ਬਿਜ਼ਨਸ ਦੀ ਐਗਜ਼ੈਕਟ ਵੈਲਿਊ ਸਾਨੂੰ ਨਹੀਂ ਪਤਾ ਲੱਗਦੀ, ਸਾਡੀ ਉਸ ਐਸਟ ਦੀ ਐਗਜ਼ੈਕਟ ਵੈਲਿਊ ਸਾਨੂੰ ਨਹੀਂ ਪਤਾ ਲੱਗਦੀ, ਕਿਉਂਕਿ ਅਸੀਂ ਜੋ ਚੀਜ਼ ਖਰੀਦੀ ਹੋਈ ਹੈ ਉਹ 10 ਸਾਲ ਪਹਿਲਾਂ ਖਰੀਦੀ ਹੋਈ ਹੈ ਔਰ ਸਾਡੀਆਂ ਕਿਤਾਬਾਂ ਦੇ ਵਿੱਚ ਅੱਜ ਜੋ ਰੇਟ ਦਿਖ ਰਹੇ ਆ ਉਹ 10 ਸਾਲ ਪਹਿਲੇ ਹੀ ਦਿਖ ਰਹੇ ਆ। ਅੱਜ ਉਹਦਾ ਐਗਜ਼ੈਕਟ ਪ੍ਰਾਈਸ ਕੀ ਹੈ, ਜੇ ਅਸੀਂ ਉਹ ਚੀਜ਼ ਵੇਚਣੀ ਹੈ ਤਾਂ ਸਾਨੂੰ ਮਾਰਕੀਟ ਦੇ ਵਿੱਚ ਰਿਸਰਚ ਕਰਨੀ ਪਊਗੀ, ਸਾਡੀ ਅਕਾਊਂਟਿੰਗ ਸਾਨੂੰ ਐਗਜ਼ੈਕਟ ਅੱਜ ਦੀ ਜੋ ਵੈਲਿਊ ਹੈ ਉਹ ਨਹੀਂ ਦੱਸੂਗੀ। ਇੱਕ ਡਰਾਬੈਕ ਹੈ ਅਕਾਊਂਟਿੰਗ ਦਾ। ਸੋ ਨੈਕਸਟ ਡਰਾਬੈਕ ਇਸ ਦਾ ਵਿੰਡੋ ਡਰੈਸਿੰਗ। ਅਕਾਊਂਟਿੰਗ ਮੇ ਲੀਡ ਟੂ ਵਿੰਡੋ ਡਰੈਸਿੰਗ। ਦੇਖੋ ਵਿੰਡੋ ਡਰੈਸਿੰਗ ਦਾ ਮਤਲਬ ਕੀ ਹੈ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਦੁਕਾਨਾਂ ਦੇ ਉੱਤੇ ਜਾ ਕੇ ਸਜਾਵਟੀ ਸਮਾਨ ਪਿਆ ਹੁੰਦਾ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਉੱਚੀ ਦੁਕਾਨ ਫੀਕਾ ਪਕਵਾਨ। ਮਤਲਬ ਕਿ ਦੁਕਾਨ ਤਾਂ ਬੜੀ ਵਧੀਆ ਬਣਾ ਰੱਖੀ ਆ, ਸਜਾਵਟ ਬੜੀ ਵਧੀਆ ਕਰ ਰੱਖੀ ਆ, ਪਰ ਕੁਆਲਿਟੀ ਨਹੀਂ ਹੈ। ਇਸੇ ਤਰ੍ਹਾਂ ਅਕਾਊਂਟਿੰਗ ਦੇ ਵਿੱਚ ਵੀ ਇਹ ਪ੍ਰੋਬਲਮ ਆ ਸਕਦੀ ਹੈ। ਕਈ ਵਾਰ ਅਸੀਂ ਕੀ ਕਰਦੇ ਹਾਂ, ਆਪਣੇ ਯੂਜ਼ਰਸ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ, ਇਨਵੈਸਟਰਸ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਅਸੀਂ ਕੁਝ ਐਸੀਆਂ ਚੀਜ਼ਾਂ ਵਧਾ ਚੜਾ ਕੇ ਦਿਖਾਉਂਦੇ ਹਾਂ ਜੋ ਕਿ ਐਕਚੁਅਲ ਦੇ ਵਿੱਚ ਨਹੀਂ ਹੁੰਦੀਆਂ। ਅਸੀਂ ਆਪਣੇ ਅਕਾਊਂਟਸ ਨੂੰ ਮੈਨੀਪੂਲੇਟ ਕਰਕੇ ਦਿਖਾਉਂਦੇ ਹਾਂ, ਅਸੀਂ ਗਲਤ ਚੀਜ਼ਾਂ ਉਹਦੇ ਅੰਦਰ ਬੁੱਕ ਕਰ ਲੈਂਦੇ ਹਾਂ। ਜਿਵੇਂ ਕਿ ਅਸੀਂ ਦੇਖੋ ਛੋਟੇ ਛੋਟੇ ਮੈਥਡਸ ਨੇ ਜਿਨ੍ਹਾਂ ਨੂੰ ਚੇਂਜ ਕਰਨ ਦੇ ਨਾਲ ਵੀ ਵੱਡੇ ਇਫੈਕਟ ਪੈ ਜਾਂਦੇ ਆ। ਉਹ ਵੱਡੇ ਇਫੈਕਟ ਪੈ ਜਾਂਦੇ ਆ ਜਿਸ ਦੇ ਕਾਰਨ ਕੀ ਆ, ਸਾਡੇ ਪ੍ਰੋਫਿਟ ਦੀ ਸਿਚੁਏਸ਼ਨ ਹੀ ਚੇਂਜ ਹੋ ਜਾਂਦੀ ਹੈ। ਕਈ ਵਾਰ ਪ੍ਰੋਫਿਟ ਵੱਧ ਜਾਂਦਾ ਹੈ, ਟੈਕਸ ਅਥਾਰਟੀਆਂ ਨੂੰ ਧੋਖਾ ਦੇਣਾ ਹੋਵੇ ਤਾਂ ਅਸੀਂ ਪ੍ਰੋਫਿਟ ਨੂੰ ਡਾਊਨ ਕਰ ਲੈਂਦੇ ਹਾਂ। ਅਗਰ ਇਨਵੈਸਟਰ ਨੂੰ ਅਸੀਂ ਆਪਣੇ ਵੱਲ ਅਟਰੈਕਟ ਕਰਨਾ ਹੋਵੇ ਤਾਂ ਅਸੀਂ ਪ੍ਰੋਫਿਟ ਨੂੰ ਕੀ ਕਰ ਲੈਂਦੇ ਹਾਂ, ਵਧਾ ਕੇ ਦਿਖਾ ਲੈਂਦੇ ਹਾਂ। ਸੋ ਦਿਖਾਉਣ ਦਾ ਤਰੀਕਾ ਹੈ, ਅਕਾਊਂਟਸ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ। ਕੁਝ ਟੈਕਨੀਕਲ ਵਰਡਸ ਹੈ ਇਹਦੇ ਅੰਦਰ, ਲਾਈਕ ਡੈਪਰੀਸੀਏਸ਼ਨ ਦੇ ਮੈਥਡਸ ਨੇ, ਉਹ ਹਜੇ ਆਪਾਂ ਨੂੰ ਸਮਝ ਨਹੀਂ ਆਣੇ ਕਿਉਂਕਿ ਆਪਾਂ ਡੈਪਰੀਸੀਏਸ਼ਨ ਦੇ ਬਾਰੇ ਨਹੀਂ ਜਾਣਦੇ। ਉਸ ਦੇ ਅੰਦਰ ਦੇਖੋ ਉਹਦੇ ਮੈਥਡ ਨੇ, ਸਟ੍ਰੇਟ ਲਾਈਨ ਮੈਥਡ ਹੈ, ਰਿਟਨ ਡਾਊਨ ਵੈਲਿਊ ਮੈਥਡ ਹੈ। ਇਹਨਾਂ ਨੂੰ ਹਜੇ ਸਮਝਣ ਦੀ ਲੋੜ ਨਹੀਂ, ਜਦੋਂ ਆਪਾਂ ਟੌਪਿਕ ਕਰਾਂਗੇ ਤਾਂ ਉਦੋਂ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਣਗੇ। ਲੇਕਿਨ ਉਦੋਂ ਸਾਨੂੰ ਇਹ ਚੀਜ਼ ਯਾਦ ਆਊਗੀ ਕਿ ਵਾਕਈ ਇਹਨਾਂ ਚੀਜ਼ਾਂ ਦੇ ਚੇਂਜ ਹੋਣ ਦੇ ਨਾਲ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਉੱਪਰ ਇਫੈਕਟ ਪੈ ਜਾਂਦਾ ਹੈ। ਠੀਕ ਹੈ ਜੀ। ਹੁਣ ਨੈਕਸਟ ਹੈ ਪੁਆਇੰਟ ਸਾਡਾ ਨਾਟ ਫੁੱਲੀ ਐਗਜ਼ੈਕਟ। ਜਦੋਂ ਸਾਡੇ ਕੋਲ ਇਹ ਡਰਾਬੈਕਸ ਆ ਗਈਆਂ ਤਾਂ ਇਹ ਆਟੋਮੈਟਿਕ ਜਨਰੇਟ ਹੋ ਗਈ ਉਸ ਤੋਂ ਬਾਅਦ ਕਿ ਨਾਟ ਫੁੱਲੀ ਐਗਜ਼ੈਕਟ। ਜਦੋਂ ਉਸ ਦੇ ਅੰਦਰ ਇਹ ਪ੍ਰੋਬਲਮ ਆਲਰੇਡੀ ਹੈਗੀਆਂ ਹੀ ਹੈ ਤਾਂ ਉਸ ਤੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਐਗਜ਼ੈਕਟ ਤਾਂ ਹੈ ਹੀ ਨਹੀਂ, ਡਿਊ ਟੂ ਪਰਸਨਲ ਜਜਮੈਂਟ। ਜਿੰਨੇ ਸਾਨੂੰ ਮਲਟੀਪਲ ਮੈਥਡਸ ਪ੍ਰੋਵਾਈਡ ਕੀਤੇ ਗਏ ਇੱਕ ਚੀਜ਼ ਨੂੰ ਪਾਉਣ ਲਈ, ਜਿਵੇਂ ਦੇਖੋ ਛੋਟੀ ਜਿਹੀ ਐਗਜ਼ਾਮਪਲ, ਅਸੀਂ ਇਨਵੈਂਟਰੀ ਦੀ ਵੈਲਿਊਏਸ਼ਨ ਕਰਨੀ ਹੋਵੇ ਸਾਡੇ ਕੋਲ ਬਹੁਤ ਮੈਥਡਸ ਨੇ। ਅਸੀਂ ਗੁੱਡਵਿਲ ਦੀ ਵੈਲਿਊਏਸ਼ਨ ਕਰਨੀ ਹੋਵੇ ਸਾਡੇ ਕੋਲ ਮੈਥਡਸ ਹੈਗੇ ਆ। ਅਸੀਂ ਡੈਪਰੀਸੀਏਸ਼ਨ ਹੀ ਲਗਾਣੀ ਹੈ ਐਸਟ ਦੇ ਉੱਪਰ ਤਾਂ ਉਹਦੇ ਲਈ ਵੀ ਸਾਡੇ ਕੋਲ ਨੰਬਰ ਆਫ ਮੈਥਡਸ ਦਿੱਤੇ ਹੋਏ ਆ। ਤਾਂ ਇੱਥੇ ਕੀ ਆ ਜਾਂਦੀ ਹੈ, ਸਾਡੀ ਪਰਸਨਲ ਜਜਮੈਂਟ ਅੱਗੇ ਆ ਜਾਂਦੀ ਹੈ ਕਿ ਅਸੀਂ ਕੀ ਸੋਚ ਕੇ ਚੱਲਦੇ ਹਾਂ ਕਿ ਸਾਡੇ ਅਕੋਰਡਿੰਗ ਕੀ ਹੋਊਗਾ। ਔਰ ਪਰਸਨਲ ਜਜਮੈਂਟ, ਹਿਊਮਨ ਬਿਹੇਵੀਅਰ ਪਰਸਨ ਟੂ ਪਰਸਨ ਚੇਂਜ ਹੋ ਜਾਂਦਾ ਹੈ। ਸੋ ਹੋ ਸਕਦਾ ਕਿ ਜੋ ਜਜਮੈਂਟ ਮੇਰੀ ਹੋਵੇ ਉਹ ਤੁਹਾਡੀ ਨਾ ਹੋਵੇ, ਔਰ ਜੋ ਤੁਹਾਡੀ ਆ ਉਹ ਕਿਸੇ ਅੱਗੇ ਹੋਰ ਦੀ ਨਾ ਹੋਵੇ। ਸੋ ਇਸ ਕਰਕੇ ਇਹ ਡਰਾਬੈਕ ਆ ਜਾਂਦੀ ਹੈ ਕਿ ਅਗਰ ਸਪੋਜ਼ ਕਰੋ, ਇਹਦੇ ਲਈ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ, ਡੈਪਰੀਸੀਏਸ਼ਨ ਲਗਾਉਣੀ ਹੋਵੇ ਤਾਂ ਸਪੋਜ਼ ਕਰੋ ਮੈਂ ਇਹ ਸੋਚਿਆ ਕਿ ਮੇਰੀ ਐਸਟ 10 ਸਾਲ ਚੱਲੂਗੀ, ਉਹ ਮੇਰਾ ਐਸਟੀਮੇਟ ਹੈ, ਹੋ ਸਕਦਾ ਉਹ 20 ਸਾਲ ਚੱਲ ਜਾਵੇ ਜਾਂ ਹੋ ਸਕਦਾ ਕਿ ਉਹ 8 ਸਾਲਾਂ 'ਚ ਹੀ ਖ਼ਤਮ ਹੋ ਜਾਵੇ। ਸੋ ਮੇਰਾ ਐਸਟੀਮੇਟ ਜਿਹੜਾ ਹੈ ਮੇ ਔਰ ਮੇ ਨਾਟ ਕਰੈਕਟ, ਉਹ ਹੋ ਸਕਦਾ ਨਹੀਂ ਵੀ ਹੋ ਸਕਦਾ। ਸੋ ਇੱਥੇ ਜੋ ਡਿਫਰੈਂਸਸ ਆ ਜਾਂਦੇ ਆ ਡਿਊ ਟੂ ਪਰਸਨਲ ਜਜਮੈਂਟ ਕਾਰਨ, ਇਸ ਕਰਕੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਕਾਊਂਟਿੰਗ ਜੋ ਹੈ ਐਗਜ਼ੈਕਟ ਨਹੀਂ, ਕਿਉਂਕਿ ਇਹਦੇ ਅੰਦਰ ਇੱਕ ਲੂਪ ਹੋਲ ਛੱਡ ਦਿੱਤਾ ਅਸੀਂ ਇੱਕ ਚੀਜ਼ ਨੂੰ ਕੈਲਕੂਲੇਟ ਕਰਨ ਲਈ ਇੱਕ ਮੈਥਡ ਕਿਉਂ ਨਹੀਂ ਬਣਾਇਆ। ਫਿਰ ਉੱਥੇ ਪਰਸਨਲ ਜਜਮੈਂਟ ਦਾ ਸਵਾਲ ਹੀ ਨਹੀਂ ਸੀ ਪੈਦਾ ਹੋਣਾ। ਇੱਕ ਮੈਥਡ ਹੁੰਦਾ ਤਾਂ ਸਾਰੇ ਉਹੀ ਮੈਥਡ ਨੂੰ ਯੂਜ਼ ਕਰ ਰਹੇ ਹੁੰਦੇ।
ਸੋ ਅਕਾਊਂਟਿੰਗ 'ਚ ਯੂਨੀਫਾਰਮਿਟੀ ਹੁੰਦੀ, ਇੱਥੇ ਸਾਡੇ ਕੋਲ ਯੂਨੀਫਾਰਮਿਟੀ ਨਹੀਂ ਹੈ, ਯੂਨੀਵਰਸਲਾਈਜੇਸ਼ਨ ਨਹੀਂ ਆਈ। ਕਾਰਨ ਕੀ ਹੋਇਆ ਕਿ 8 ਮੈਥਡ ਸਾਨੂੰ ਪ੍ਰੋਵਾਈਡ ਕਰ ਦਿੱਤੇ ਗਏ ਔਰ 8 ਫਰਮਾਂ ਨੇ ਉਹ ਅਲੱਗ-ਅਲੱਗ ਮੈਥਡ ਯੂਜ਼ ਕਰ ਰਹੀਆਂ ਨੇ, ਤਾਂ ਫਿਰ ਇੰਟਰ ਫਰਮ ਕਿਵੇਂ ਅਸੀਂ ਕੰਪੈਰੀਜ਼ਨ ਕਰ ਲਾਂਗੇ? ਨਹੀਂ ਕਰ ਸਕਦੇ, ਕਿਉਂਕਿ ਮੈਥਡਸ ਅਲੱਗ-ਅਲੱਗ ਯੂਜ਼ ਹੋਏ ਹੈ। ਸੋ ਇਹ ਚੀਜ਼ਾਂ ਦੇ ਡਰਾਬੈਕ ਜਿਹੜੇ ਹੈ ਉਹ ਅਕਾਊਂਟਿੰਗ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਆ। ਨੈਕਸਟ ਪੁਆਇੰਟ ਹੈ ਡਜ਼ ਨਾਟ ਇੰਡੀਕੇਟ ਦਾ ਰਿਲਾਈਜ਼ੇਬਲ ਵੈਲਿਊ। ਦੇਖੋ, ਜਦੋਂ ਅਸੀਂ ਉੱਪਰ ਇੱਕ ਪੁਆਇੰਟ ਕੀਤਾ ਸੀ ਕਿ ਇਗਨੋਰ ਪ੍ਰਾਈਸ ਲੈਵਲ ਚੇਂਜਸ, ਕਿ ਪ੍ਰਾਈਸ ਲੈਵਲ ਚੇਂਜਸ ਹੋਈ ਜਾਂਦੇ ਆ, ਹਿਸਟੋਰੀਕਲ ਜੋ ਡਾਟਾ ਰਿਕਾਰਡ ਹੋਇਆ ਉਹ ਉਦੋਂ ਦਾ ਉਸੇ ਵੈਲਿਊ ਤੇ ਚੱਲੀ ਆ ਰਿਹਾ, ਤਾਂ ਇਹਦਾ ਮਤਲਬ ਕਿ ਅੱਜ ਉਹ ਕਿਸ ਵੈਲਿਊ ਤੇ ਵਿਕੂਗਾ, ਉਹਦੀ ਐਗਜ਼ੈਕਟ ਰਿਲਾਈਜ਼ੇਬਲ ਵੈਲਿਊ ਕੀ ਹੋਊਗੀ, ਅਕਾਊਂਟਿੰਗ ਇਹ ਨਹੀਂ ਦੱਸੇਗੀ। ਫॉर ਐਗਜ਼ਾਮਪਲ ਇੱਕ ਪੀਸ ਆਫ ਲੈਂਡ ਜਿਹੜਾ ਕਿ ਫॉर ਇਨਵੈਸਟਮੈਂਟ ਅਸੀਂ ਅੱਜ ਤੋਂ 10 ਸਾਲ ਪਹਿਲਾਂ ਪਰਚੇਜ਼ ਕੀਤਾ ਸੀ, ਅਸੀਂ ਉਦੋਂ 50 ਲੱਖ ਦਾ ਪਰਚੇਜ਼ ਕੀਤਾ, ਅੱਜ ਵੀ ਉਸ ਦੀ ਬੁੱਕਸ ਦੇ ਵਿੱਚ ਵੈਲਿਊ 50 ਲੱਖ ਹੀ ਖੜੀ ਹੈ, ਜਦ ਕਿ ਮਾਰਕੀਟ ਪ੍ਰਾਈਸ ਉਸਦਾ 1.5 ਕਰੋੜ ਤੋਂ ਉੱਪਰ ਹੋ ਚੁੱਕਿਆ। ਲੇਕਿਨ ਉਹ 1.5 ਕਰੋੜ ਕਿਤਾਬਾਂ ਵਿੱਚ ਰਿਕਾਰਡ ਨਾ ਹੋਣ ਕਰਕੇ ਅੱਜ ਉਸ ਦੀ ਰਿਲਾਈਜ਼ੇਬਲ ਵੈਲਿਊ ਕੀ ਹੈ ਸਾਨੂੰ ਨਹੀਂ ਪਤਾ। ਸਾਡੇ ਅਕੋਰਡਿੰਗ ਤਾਂ 50 ਲੱਖ ਹੀ ਹੈ, ਕਿਉਂਕਿ ਕਿਤਾਬਾਂ ਦੇ ਵਿੱਚ 50 ਲੱਖ ਹੀ ਸ਼ੋ ਹੋ ਰਿਹਾ। ਸੋ ਇਸ ਕਰਕੇ ਅਕਾਊਂਟਿੰਗ ਜੋ ਹੈ ਇਹ ਸਾਨੂੰ ਰਿਲਾਈਜ਼ੇਬਲ ਵੈਲਿਊ ਦੱਸਣ ਦੇ ਵਿੱਚ ਨਾਕਾਮ ਹੋ ਜਾਂਦੀ ਹੈ, ਇਹਦੀ ਡਰਾਬੈਕ ਹੈ। ਨੈਕਸਟ ਪੁਆਇੰਟ ਹੈ ਡਜ਼ ਨਾਟ ਪ੍ਰੋਵਾਈਡ ਇਨਫੋਰਮੇਸ਼ਨ ਔਨ ਡਿਊਰਿੰਗ ਦਾ ਈਅਰ। ਜਦੋਂ ਸਾਨੂੰ ਐਮਰਜੈਂਸੀ ਦੇ ਵਿੱਚ ਅਗਰ ਸਾਨੂੰ ਪ੍ਰੋਫਿਟ ਦੇ ਬਾਰੇ ਜਾਣਨਾ ਹੋਵੇ, ਅਗਰ ਸਾਨੂੰ ਕੋਸਟ ਬਾਰੇ ਜਾਣਨਾ ਹੋਵੇ, ਤਾਂ ਅਕਾਊਂਟਿੰਗ ਇੱਥੇ ਫੇਲ ਹੋ ਜਾਂਦੀ ਹੈ, ਕਿਉਂਕਿ ਅਕਾਊਂਟਿੰਗ ਪਰਫਾਰਮ ਹੀ ਐਟ ਦੀ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਕੀਤੀ ਜਾਂਦੀ ਹੈ। ਉਸ ਤੋਂ ਪਹਿਲਾਂ ਇਹ ਪਰਫਾਰਮ ਨਹੀਂ ਕੀਤੀ ਜਾਂਦੀ, ਉਸ ਤੋਂ ਪਹਿਲਾਂ ਬੁੱਕ ਕੀਪਿੰਗ ਪਰਫਾਰਮ ਕੀਤੀ ਜਾਂਦੀ ਹੈ। ਜਿੱਥੇ ਉਹ ਖਤਮ ਹੁੰਦੀ ਆ ਉੱਥੋਂ ਅਕਾਊਂਟਿੰਗ ਨੇ ਸਟਾਰਟ ਹੋਣਾ, ਅਤੇ ਉਹਨੇ ਖਤਮ ਕਦੋਂ ਹੋਣਾ? ਫਾਈਨੈਂਸ਼ੀਅਲ ਈਅਰ ਐਂਡ 'ਤੇ। ਅਗਰ ਮਿਡ ਆਫ ਦਾ ਫਾਈਨੈਂਸ਼ੀਅਲ ਈਅਰ ਸਾਨੂੰ ਕੋਈ ਡਾਟਾ ਚਾਹੀਦਾ, ਸਾਨੂੰ ਰਿਕਾਰਡ ਚਾਹੀਦਾ, ਸਾਨੂੰ ਪ੍ਰੋਫਿਟ ਲਾਸ ਚਾਹੀਦਾ, ਤਾਂ ਅਕਾਊਂਟਿੰਗ ਅਨੇਬਲ ਹੈ, ਸਾਨੂੰ ਉਹ ਚੀਜ਼ ਨਹੀਂ ਦੱਸ ਸਕਦੀ। ਹਾਲਾਂਕਿ ਇਹ ਚੀਜ਼ਾਂ ਨੂੰ ਹੁਣ ਪੂਰਾ ਕੀਤਾ ਜਾ ਚੁੱਕਿਆ, ਕਿਉਂਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਆਉਣ ਦੇ ਨਾਲ ਸਾਲ ਦੇ ਕਿਸੇ ਵੀ ਟਾਈਮ ਦੇ ਉੱਪਰ ਅਸੀਂ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ, ਠੀਕ ਹੈ। ਬਟ ਇੱਥੇ ਅਸੀਂ ਕੰਪਿਊਟਰਾਈਜ਼ ਅਕਾਊਂਟਿੰਗ ਦੀ ਗੱਲ ਨਹੀਂ ਕਰ ਰਹੇ, ਇੱਥੇ ਅਸੀਂ ਓਵਰਆਲ ਅਕਾਊਂਟਿੰਗ ਦੀ ਗੱਲ ਕਰਦੇ ਹਾਂ, ਜਿਸ 'ਚ ਮੈਨੂਅਲ ਅਕਾਊਂਟਿੰਗ ਵੀ ਆਉਂਦੀ ਹੈ। ਸੋ ਇਟ ਅਨੇਬਲ ਟੂ ਪ੍ਰੋਵਾਈਡ ਨੀਡਡ ਇਨਫੋਰਮੇਸ਼ਨ ਵੈਨ ਵੀ ਹੈਵ ਅਰਜੈਂਟ ਨੀਡ। ਜਦੋਂ ਸਾਨੂੰ ਅਰਜੈਂਟਲੀ ਉਸ ਡਾਟੇ ਦੀ ਜ਼ਰੂਰਤ ਹੈ ਤਾਂ ਉਹ ਡਾਟਾ ਅਕਾਊਂਟਿੰਗ ਸਾਨੂੰ ਨਹੀਂ ਦੇ ਪਾਉਂਦੀ, ਜਿਸ ਕਰਕੇ ਇਹ ਵੀ ਇਸ ਦੀ ਇੱਕ ਡਰਾਬੈਕ ਬਣ ਜਾਂਦੀ ਹੈ। ਨੈਕਸਟ ਪੁਆਇੰਟ ਹੈ ਜੀ ਡਜ਼ ਨਾਟ ਪ੍ਰੋਵਾਈਡ ਆਈਟਮ ਵਾਈਜ਼ ਡਿਟੇਲ ਔਰ ਪ੍ਰੋਫਿਟ। ਦੇਖੋ, ਅਗਰ ਅਸੀਂ ਗੋਦਰੇਜ ਦੀ ਗੱਲ ਕਰੀਏ ਕਿ ਗੋਦਰੇਜ ਦੇ ਵਿੱਚ ਕਈ ਤਰ੍ਹਾਂ ਦੇ ਮਲਟੀ ਪ੍ਰੋਡਕਟ ਬਣਦੇ ਆ, ਔਰ ਉਹਨਾਂ ਦੀ ਜੋ ਅਕਾਊਂਟਿੰਗ ਹੈ ਉਹ ਕੀ ਕਰਦੀ ਹੈ, ਇੱਕ ਤਰ੍ਹਾਂ ਦੀ ਸੇਲ ਬੁੱਕ ਕਰ ਰਹੀ ਹੈ, ਇੱਕ ਤਰ੍ਹਾਂ ਦੀ ਕੋਸਟ ਬੁੱਕ ਕਰ ਰਹੀ ਹੈ। ਉਹਨਾਂ ਨੇ ਸੇ ਫॉर ਐਗਜ਼ਾਮਪਲ ਸੈਲਰੀ ਨੋਟ ਕੀਤੀ, ਤਾਂ ਉਹਨਾਂ ਨੇ ਦੱਸ ਦਿੱਤਾ ਕਿ ਇਸ ਵਾਰ ਅਸੀਂ ਇੰਨੇ ਕਰੋੜ ਸੈਲਰੀ ਜਿਹੜੀ ਹੈ ਉਹ ਪੇ ਕਰ ਦਿੱਤੀ, ਬਟ ਉਹਦੇ ਅੰਦਰ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਇਹ ਸੈਲਰੀ ਜਿਹੜੀ ਹੈ ਕਿਸ ਸਟਾਫ ਨੂੰ ਦੇ ਰਹੇ ਹਾਂ, ਜਿਹੜਾ ਕਿ ਸਟਾਫ ਸਾਬਣਾ ਬਣਾ ਰਿਹਾ ਉਸ ਨੂੰ ਦੇ ਰਹੇ ਹਾਂ, ਜਾਂ ਜੋ ਜਿਹੜਾ ਹੈ ਅਲਮਾਰੀਆਂ ਬਣਾ ਰਿਹਾ ਉਸ ਨੂੰ ਦੇ ਰਹੇ ਹਾਂ, ਜਾਂ ਜੋ ਪੱਖੇ ਬਣਾ ਰਿਹਾ ਉਸ ਨੂੰ ਦੇ ਰਹੇ ਹਾਂ, ਜਾਂ ਜੋ ਫਰਿੱਜਾਂ ਬਣਾ ਰਿਹਾ ਉਸ ਨੂੰ ਦੇ ਰਹੇ ਹਾਂ, ਕਿਸ ਸਟਾਫ ਨੂੰ ਦੇ ਰਹੇ ਹਾਂ, ਕਿਸ ਪ੍ਰੋਡਕਟ ਦੀ ਸੈਲਰੀ ਹੈ ਇਹ, ਅਸੀਂ ਉਸ ਪ੍ਰੋਡਕਟ 'ਤੇ ਚਾਰਜ ਕਰੀਏ ਤਾਂ ਜੋ ਉਸ ਪ੍ਰੋਡਕਟ ਦਾ ਸੇਲ ਪ੍ਰਾਈਸ ਔਰ ਉਸ ਪ੍ਰੋਡਕਟ ਦਾ ਹੀ ਅਲੱਗ ਤੋਂ ਪ੍ਰੋਫਿਟ ਸਾਨੂੰ ਪਤਾ ਲੱਗੇ। ਸੋ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਡਰਾਬੈਕ ਹੈ ਇਹ ਕਿ ਇਹ ਪ੍ਰੋਡਕਟ ਵਾਈਜ਼ ਡਾਟਾ ਰਿਕਾਰਡ ਨਹੀਂ ਕਰਦੀ, ਸਾਨੂੰ ਪ੍ਰੋਡਕਟ ਵਾਈਜ਼ ਰਿਕਾਰਡ ਪ੍ਰੋਵਾਈਡ ਨਹੀਂ ਕਰਦੀ। ਇਫ ਬਿਜ਼ਨਸ ਡੀਲ ਇਨ ਨੰਬਰ ਆਫ ਪ੍ਰੋਡਕਟਸ ਅਕਾਊਂਟਿੰਗ ਫੇਲ ਟੂ ਪ੍ਰੋਵਾਈਡ ਆਈਟਮ ਵਾਈਜ਼ ਪ੍ਰੋਫਿਟੇਬਿਲਿਟੀ ਐਂਡ ਕੋਸਟ ਡਿਟੇਲ, ਸਾਨੂੰ ਇਹ ਪ੍ਰੋਵਾਈਡ ਨਹੀਂ ਕਰਦੀ। ਨੈਕਸਟ ਪੁਆਇੰਟ ਹੈ ਜੀ ਲੈਕ ਆਫ ਕੰਸਿਸਟੈਂਟ ਰਿਜ਼ਲਟ। ਦੇਖੋ, ਕੰਸਿਸਟੈਂਟ ਰਿਜ਼ਲਟ ਕਦੋਂ ਆਉਂਦੇ ਆ? ਜਦੋਂ ਰਿਜ਼ਲਟ ਉਹਦੇ ਵਿੱਚ ਇਕਾਗਰਤਾ ਹੋਵੇ, ਔਰ ਉਹ ਕਦੋਂ ਹੋਊਗਾ? ਜਦੋਂ ਅਸੀਂ ਮੈਥਡਸ ਇੱਕ ਤਰ੍ਹਾਂ ਦੇ ਲਗਾਵਾਂਗੇ। ਹੁਣ ਜਦੋਂ ਅਸੀਂ ਹਰ ਸਾਲ ਮੈਥਡ ਹੀ ਚੇਂਜ ਕਰ ਦਿੱਤੇ, ਤਾਂ ਮੈਥਡ ਚੇਂਜ ਕਰਨ ਦੇ ਨਾਲ ਰਿਜ਼ਲਟ ਕੰਸਿਸਟੈਂਟ ਕਿਵੇਂ ਆ ਜਾਣਗੇ? ਨਹੀਂ ਆ ਸਕਦੇ। ਇਸ ਕਰਕੇ ਜਦੋਂ ਰਿਜ਼ਲਟ may change with a little change in methods of accounting। ਸੋ ਮੈਥਡ ਆਫ ਅਕਾਊਂਟਿੰਗ ਕਾਹਦੇ ਉੱਪਰ ਡਿਪੈਂਡ ਕਰਦੇ ਆ? ਫਿਰ ਪਰਸਨਲ ਜਜਮੈਂਟ ਦੇ ਉੱਪਰ, ਜੋ ਕਿ ਪਰਸਨ ਟੂ ਪਰਸਨ ਚੇਂਜ ਹੁੰਦੀ ਹੈ। ਸੋ ਇਸ ਕਰਕੇ ਜਦੋਂ ਅਸੀਂ ਮੈਥਡਸ ਨੂੰ ਚੇਂਜ ਕਰਾਂਗੇ, ਨਾਲ ਦੀ ਨਾਲ ਸਾਡੇ ਜਿਹੜੇ ਹੈ ਰਿਜ਼ਲਟ ਹੈ ਉਹ ਵੀ ਚੇਂਜ ਹੋ ਜਾਣਗੇ। ਸੋ ਓਵਰਆਲ ਅਗਰ ਦੇਖੀਏ ਤਾਂ ਅਕਾਊਂਟਿੰਗ ਜੋ ਹੈ ਸਾਨੂੰ
ਕੰਸਿਸਟੈਂਟ ਰਿਜ਼ਲਟ ਦੇਣ ਦੇ ਲਈ ਨਾਕਾਮ ਹੋ ਜਾਂਦੀ ਹੈ ਡਿਊ ਟੂ ਚੇਂਜ ਇਨ ਮੈਥਡਸ। ਨੈਕਸਟ ਪੁਆਇੰਟ ਹੈ ਸਾਡਾ ਲੈਂਥੀ ਪ੍ਰੋਸੈਸ। ਦੇਖੋ ਇਹਦਾ ਅਗਰ ਬੁੱਕ ਕੀਪਿੰਗ ਤੋਂ ਬਾਅਦ ਅਕਾਊਂਟਿੰਗ, ਇਹ ਸਾਰਾ ਪ੍ਰੋਸੈਸ ਜੋ ਹੈ ਬੜਾ ਲੈਂਥੀ ਹੈ, ਥਰੂ ਆਊਟ ਦਾ ਈਅਰ ਜਿਹੜਾ ਹੈ ਚੱਲਦਾ ਰਹਿੰਦਾ ਹੈ। ਔਰ ਦੂਸਰਾ ਕੀ ਹੈ ਕਿ ਆਮ ਜਿਹੜਾ ਜੂਨੀਅਰ ਸਟਾਫ ਹੈ ਜਿਸ ਦੇ ਕੋਲ ਕਿ ਐਨਾਲੀਟੀਕਲ ਸਕਿੱਲ ਨਹੀਂ ਹੈ, ਜਿਸ ਦੇ ਕੋਲ ਕਿ ਸਿਰਫ ਡਬਲ ਐਂਟਰੀ ਸਿਸਟਮ ਦੀ ਨੌਲੇਜ ਹੈ, ਉਹ ਇਸ ਪ੍ਰੋਸੈਸ ਨੂੰ ਪਰਫਾਰਮ ਨਹੀਂ ਕਰ ਪਾਉਂਦੇ। ਸੋ ਸਾਡੇ ਲਈ ਕੀ ਹੈ, ਇੱਕ ਸੀਨੀਅਰ ਸਟਾਫ ਦੀ ਲੋੜ ਪਏਗੀ ਹੈਵਿੰਗ ਐਨਾਲੀਟੀਕਲ ਸਕਿੱਲ, ਔਰ ਜਿਸ ਨਾਲ ਸਾਡੀ ਜਿਹੜੀ ਫਾਈਨੈਂਸ਼ੀਅਲ ਕਾਸਟ ਹੈ ਕੰਪਨੀ ਦੀ ਉਹ ਵੀ ਵੱਧ ਜਾਂਦੀ ਆ, ਉਹਨਾਂ ਦੀਆਂ ਸੈਲਰੀ ਸਾਨੂੰ ਜ਼ਿਆਦਾ ਦੇਣੀਆਂ ਪੈਂਦੀਆਂ, ਸਾਡੀ ਫਾਈਨੈਂਸ਼ੀਅਲ ਕਾਸਟ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਇਸ ਕਰਕੇ ਅਕਾਊਂਟਿੰਗ ਜਿਹੜੀ ਹੈ ਅਗਰ ਉਸ ਨੂੰ ਪਰਫਾਰਮ ਕਰਨਾ ਹੈ ਤਾਂ ਲੋ ਬਿਜ਼ਨਸ ਜਿਹੜਾ ਹੈ, ਛੋਟੇ ਸਕੇਲ ਦਾ ਬਿਜ਼ਨਸ ਹੈ, ਤਾਂ ਉਹਦੇ ਲਈ ਇਹ ਇੱਕ ਕੋਸਟਲੀ ਪ੍ਰੋਸੈਸ ਵੀ ਹੈ ਕਿ ਇੱਕ ਪ੍ਰੋਫੈਸ਼ਨਲ ਅਕਾਊਂਟੈਂਟ ਜਿਹੜਾ ਹੈ ਸਾਨੂੰ ਹਾਇਰ ਕਰਨਾ ਪੈਂਦਾ। ਸੋ ਇਹ ਸਾਡੀਆਂ ਡਰਾਬੈਕਸ ਨੇ, ਲੇਕਿਨ ਇਹਨਾਂ ਡਰਾਬੈਕਸ ਦੇ ਨਾਲ ਵੀ ਅਕਾਊਂਟਿੰਗ ਜਿਹੜੀ ਹੈ ਸਾਡੇ ਲਈ ਮੋਸਟ ਇੰਪੋਰਟੈਂਟ ਇੱਕ ਰੋਲ ਪਲੇ ਕਰਦੀ ਹੈ, ਜੋ ਸਾਡੇ ਬਿਜ਼ਨਸ ਦੇ ਲਈ ਪ੍ਰੋਫਿਟੇਬਿਲਿਟੀ ਤੇ ਉਸ ਦੀ ਫਾਈਨੈਂਸ਼ੀਅਲ ਪੋਜੀਸ਼ਨ, ਉਹਦੀ ਸਾਊਂਡਨੈਸ ਨੂੰ ਚੈੱਕ ਕਰਦੀ ਹੈ। ਠੀਕ ਹੈ ਜੀ, ਹੋਪਫੁਲੀ ਕਿ ਅੱਜ ਦਾ ਟੌਪਿਕ ਜੋ ਹੈ ਇਹ ਆਪਾਂ ਨੂੰ ਸਮਝ ਆਇਆ। ਅਗਰ ਇਸ ਦੇ ਅੰਦਰ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ ਕਮੈਂਟ ਕਰਕੇ ਉਹ ਪ੍ਰੋਬਲਮ ਦੱਸ ਸਕਦੇ ਹੋ ਜੀ। ਥੈਂਕ ਯੂ, ਕੀਪ ਵਾਚਿੰਗ ਐਂਡ ਸ਼ੇਅਰ, ਸਬਸਕ੍ਰਾਈਬ ਦ ਚੈਨਲ for the next update. Thank you ji।